आप लिहो तुम कथा सुधारी। वाहिगुरु साहिब जी। फोकट धर्म भयो फलहीन, जो पूज से लाजुग कोट गवाई। सिद्ध कहा सिल के पार से, बल वृद्ध घटी नव निद न पाई। आज ही आज समो जो बित्यो, नह काज सरयो कछ लाज न आई। श्री भगवंत भजयो न अरे जाड़, ऐसे ही ऐस सो बैस गवाई। वाहिगुरु जी का खालसा, वाहिगुरु जी की फतेह। गुरु गरीब नवाज सच्चे पातशाह जी की साजी नवाजी हुई। गुरु रूप गुरु खालसा साध संगत जी, आप जी अत्यंत ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਬੈਠਣ ਦਾ, ਕਥਾ ਔਰ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਔਰ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਦੀਵਾਨ ਸਜਦੇ ਹਨ। ਸਾਰਾ ਦਿਨ ਹਰੀ ਜਸ ਕੀਰਤਨ ਕਥਾ ਸੰਗਤਾਂ ਸਰਵਣ ਕਰਦੀਆਂ ਰਹਿੰਦੀਆਂ ਹਨ। ਸ਼ਾਮ ਦੇ ਦੀਵਾਨਾਂ ਵਿੱਚ ਹਰ ਰੋਜ਼ ਨਾਮ ਸਿਮਰਨ ਤੋਂ ਬਾਅਦ ਦਸਵੇਂ ਪਾਤਸ਼ਾਹ ਦੀ ਬਾਣੀ ਦੀ ਕਥਾ ਚੱਲਦੀ ਹੈ। 33 ਸਵਈਆਂ ਦੇ ਵਿੱਚ ਦਸਮ ਪਾਤਸ਼ਾਹ ਜੀ ਨੇ ਜਿੱਥੇ ਪਰਮਾਤਮਾ ਦੀ ਵਾਹਿਗੁਰੂ ਦੀ ਬੰਦਗੀ ਦਾ ਤਰੀਕਾ ਦੱਸਿਆ ਹੈ ਕਿ ਸੱਚੇ ਪਿਆਰ ਨਾਲ, ਸੱਚੀ ਸ਼ਰਧਾ ਨਾਲ, ਵਿਸ਼ਵਾਸ ਨਾਲ ਜਪਿਆ ਜਾਵੇ, ਉੱਥੇ ਨਾਲ ਇਹ ਵੀ ਦੱਸਿਆ ਹੈ ਵੀ ਬਹੁਤੇ ਲੋਕ ਰੱਬ ਦੇ ਰਸਤੇ ਦਾ ਵਿਖਾਵਾ ਕਰਦੇ ਹਨ, ਪਖੰਡ ਕਰਦੇ ਹਨ। ਹਿੰਦੂਆਂ, ਮੁਸਲਮਾਨਾਂ 'ਚ ਸਭ ਧਰਮਾਂ ਵਿੱਚ ਇਹੋ ਜਿਹੇ ਲੋਕ ਹੁੰਦੇ ਹਨ ਜਿਹੜੇ ਘਰੋਂ ਤਾਂ ਰੱਬ ਨੂੰ ਤੁਰਨ ਨਿਕਲਦੇ ਹਨ ਮਿਲਣ ਵਾਸਤੇ ਕਿ ਪ੍ਰਮਾਤਮਾ ਨੂੰ ਮਿਲਾਂਗੇ, ਪਰ ਰਸਤੇ ਵਿੱਚ ਹੀ ਉਲਝ ਜਾਂਦੇ ਹਨ। ਚਾਲੇ ਥੇ ਹਰ ਮਿਲਣ ਕੋ ਵਿਚੇ ਅਟਕਿਓ ਚੀਤ। ਸੋ ਗਰੀਬ ਨਵਾਜ ਸਤਿਗੁਰੂ ਜੀ ਨੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਔਰ ਸਾਨੂੰ ਸਾਰਿਆਂ ਨੂੰ ਸਮਝਾਇਆ ਹੈ ਵੀ ਇਹ ਰਾਹ ਠੀਕ ਨਹੀਂ ਹੈ। ਸੋ ਸਤਿਗੁਰਾਂ ਦੇ ਪਵਿੱਤਰ ਪਾਵਨ ਬਚਨ ਸੁਣਨ ਯੋਗ ਹਨ। ਸਾਰੀ ਸੰਗਤ ਸੁਰਤੀ ਜੋੜੋ, ਇਹ ਪਰਮਾਰਥ ਦੇ ਰਾਹ ਦੇ ਵਿੱਚ ਕੰਮ ਆਉਂਦੇ ਹੈ। ਖਾਲਸਾ ਜੀ ਸ਼ਾਸਤਰਕਾਰਾਂ ਨੇ ਅਧਿਕਾਰੀ ਦਾ ਜ਼ਿਕਰ ਬਾਰ-ਬਾਰ ਕੀਤਾ ਹੈ। ਜੈਸੇ ਡਾਕਟਰੀ ਦੀਆਂ ਕਿਤਾਬਾਂ, ਮੈਡੀਕਲ ਲਾਈਨ ਦੀਆਂ ਕਿਤਾਬਾਂ, ਉਹ ਸਿਰਫ ਡਾਕਟਰ ਹੀ ਪੜ੍ਹਦੇ ਹੈ, ਦੂਸਰੇ ਨੂੰ ਉਹਦਾ ਕੋਈ ਮਤਲਬ ਨਹੀਂ ਹੈ, ਨਾ ਉਹਨਾਂ ਨੂੰ ਕੋਈ ਸਮਝ ਆਉਂਦੀ ਹੈ। ਵਕਾਲਤ ਦੀਆਂ ਕਿਤਾਬਾਂ, ਕਾਨੂੰਨ ਦੀਆਂ ਕਿਤਾਬਾਂ ਵਕੀਲ ਪੜ੍ਹਦੇ ਹਨ, ਉਹਨਾਂ ਨੂੰ ਉਹਦੀ ਸਮਝ ਆਉਂਦੀ ਹੈ ਵੀ ਲਾ ਕਿਹੜੀ ਚੀਜ਼ ਵਾਸਤੇ ਕੈਸਾ ਹੈ। ਦੂਸਰੇ ਨੂੰ ਕੀ ਪਤਾ, ਦੂਸਰੇ ਨੂੰ ਰੁਚੀ ਵੀ ਨਹੀਂ ਹੁੰਦੀ। ਔਰ ਇਸੇ ਤਰ੍ਹਾਂ ਸੰਸਾਰ ਵਿੱਚ ਵੱਖ-ਵੱਖ ਪ੍ਰਕਾਰ ਦੀ ਵਿਦਿਆ ਦੀਆਂ ਪੁਸਤਕਾਂ, ਵੱਖ-ਵੱਖ ਤਰ੍ਹਾਂ ਦਾ ਲਿਟਰੇਚਰ ਹੁੰਦਾ ਹੈ। ਜਿਹੜਾ ਜਿਹਦੇ ਵਾਸਤੇ ਬਣਿਆ ਹੈ ਉਹ ਉਹਨੂੰ ਪੜ੍ਹਦਾ ਹੈ, ਉਹਨੂੰ ਸੁਣਦਾ ਹੈ, ਉਹਨੂੰ ਸਮਝਦਾ ਹੈ। ਜਿਹੜਾ ਲਿਟਰੇਚਰ ਜਿਸ ਵਰਗ ਵਾਸਤੇ ਨਹੀਂ ਹੈ ਉਹਦੇ ਨਾਲ ਉਹਦਾ ਕੋਈ ਸਰੋਕਾਰ ਨਹੀਂ ਹੁੰਦਾ। ਇਹ ਜਿਹੜਾ ਅਧਿਆਤਮਿਕ ਲਿਟਰੇਚਰ ਹੈ, ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ, ਇਹ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਰੱਬ ਦੇ ਰਾਹ ਤੇ ਤੁਰਨਾ ਚਾਹੁੰਦੇ ਆ, ਪਰਮਾਤਮਾ ਨੂੰ ਮਿਲਣਾ ਚਾਹੁੰਦੇ ਆ। ਜੇ ਦੂਸਰੇ ਲੋਕ ਇਹਨੂੰ ਪੜ੍ਹਨਗੇ ਉਹਨਾਂ ਨੂੰ ਨਹੀਂ ਰੁਚੀ ਪੈਦਾ ਹੋਵੇਗੀ। ਜੇ ਰੁਚੀ ਬਣੇਗੀ ਤਾਂ ਉਹ ਉਹਨੂੰ ਆਪਣੇ ਨਜ਼ਰੀਏ ਨਾਲ, ਆਪਣੇ ਧਿਆਨ ਨਾਲ, ਆਪਣੇ ਖਿਆਲ ਨਾਲ ਦੇਖਣਗੇ। ਅੱਜ ਸਮੱਸਿਆ ਹੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਅਸੀਂ ਇਸ ਰੁਚੀ ਨਾਲ ਨਹੀਂ ਲੈ ਰਹੇ ਜਿਹੜੀ ਨਾਲ ਲੈਣਾ ਚਾਹੀਦਾ। ਭਾਵ ਸਾਡੀ ਰੁਚੀ ਪਰਮਾਰਥ ਵੱਲ ਹੋਣੀ ਚਾਹੀਦੀ ਹੈ। ਸਤਿਗੁਰਾਂ ਨੇ ਸਾਨੂੰ ਬੜੇ ਪਿਆਰ ਨਾਲ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ।
ਸੋ ਪਿਆਰੀ ਸੰਗਤ, ਮਨ ਬਿਰਤੀਆਂ ਜੋੜ ਕੇ ਰਸਨਾ ਨੂੰ ਪਵਿੱਤਰ ਕਰੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੋਕਟ ਧਰਮ ਭਇਓ ਫਲਹੀਨ। ਮਹਾਰਾਜ ਕਹਿੰਦੇ ਜਿਹੜੇ ਫੋਕਟ ਪਖੰਡ ਵਾਲੇ ਕਰਮ ਹਨ, ਧਰਮ ਹਨ, ਉਹ ਫਲਹੀਣੇ ਹਨ। ਭਾਵ ਉਹਨਾਂ ਨੂੰ ਕਰਨ ਨਾਲ ਕਿਸੇ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਕੰਮ ਉਹ ਕਰਨਾ ਚਾਹੀਦਾ ਹੈ ਜਿਹਦੇ ਕਰਨ ਨਾਲ ਕੋਈ ਫਲ ਮਿਲੇ, ਪਰ ਲੋਕ ਉਹ ਕੰਮ ਕਰ ਰਹੇ ਆ ਜਿਹਦੇ ਨਾਲ ਮਿਲਣਾ ਕੱਖ ਨਹੀਂ। ਜਿਹੜੇ ਵਿਖਾਵੇ ਦੇ ਧਰਮ ਹਨ, ਉਹਨਾਂ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਵੀ ਸ਼ੁਭ ਕਰਮ ਕਰਨਾ ਕਰੋ, ਪਰ ਕਰੋ ਭਾਵਨਾ ਨਾਲ, ਵਿਸ਼ਵਾਸ ਨਾਲ, ਸ਼ਰਧਾ ਨਾਲ, ਤੇ ਕਰੋ ਵੀ ਠੀਕ। ਜੇ ਤੁਸੀਂ ਐਵੇਂ ਹੀ ਹਵਾ 'ਚ ਤਲਵਾਰਾਂ ਮਾਰੀ ਜਾਂਦੇ, ਉਹਦਾ ਕੱਖ ਨਹੀਂ ਮਿਲਣਾ, ਪ੍ਰਾਪਤੀ ਨਹੀਂ ਹੋਣੀ। ਫੋਕਟ ਵਿਖਾਵੇ ਦੇ ਧਰਮ ਕੀਤੇ ਬਹੁਤ ਪ੍ਰਕਾਰ ਦੇ, ਪਰ ਭਇਓ ਫਲਹੀਨ, ਉਹਨਾਂ ਦਾ ਫਲ ਕੁਛ ਨਹੀਂ ਮਿਲਿਆ। ਜੋ ਪੂਜ ਸੇਲਾ ਜੁਗ ਕੋਟ ਗਵਾਈ। ਕਈ ਯੁੱਗ ਪੱਥਰਾਂ ਦੀ ਪੂਜਾ ਕਰਦੇ ਰਹੇ, ਮੂਰਤੀਆਂ ਦੀ ਪੂਜਾ ਕਰਦੇ ਰਹੇ। ਹੁਣ ਪੱਥਰ ਨੇ ਕੀ ਦੇਣਾ ਹੈ? ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚ ਬਚਨ ਹੈ, ਜੋ ਪੱਥਰ ਕੋ ਕਹਤੇ ਸੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਜਿਹੜੇ ਪੱਥਰ ਨੂੰ ਦੇਵਤਾ ਕਰਕੇ ਮੰਨਦੇ ਹਨ, ਉਹਨਾਂ ਦੀ ਘਾਲਣਾ ਬਿਰਥੀ ਚਲੀ ਜਾਂਦੀ ਹੈ, ਲਾਭ ਕੱਖ ਵੀ ਨਹੀਂ ਹੁੰਦਾ। ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਜਿਹੜੇ ਪੱਥਰ ਨੂੰ ਮੱਥਾ ਟੇਕਦੇ ਉਹਦੇ ਪੈਰੀਂ ਪੈਂਦੇ ਨੇ, ਉਹਨਾਂ ਦੀ ਘਾਲਣਾ ਬਿਰਥੀ ਚਲੀ ਜਾਂਦੀ ਹੈ। ਮਹਾਰਾਜ ਕਹਿੰਦੇ ਏਕੈ ਪਾਥਰ ਕੀਚੈ ਭਾਉ, ਦੂਜਾ ਪਾਥਰ ਧਰੀਐ ਪਾਓ। ਇੱਕ ਪੱਥਰ ਨੂੰ ਤਾਂ ਤੁਸੀਂ ਰੱਬ ਮੰਨਦੇ ਹੋ, ਪ੍ਰੇਮ ਸ਼ਰਧਾ ਰੱਖਦੇ ਹੋ, ਵਿਸ਼ਵਾਸ ਰੱਖਦੇ ਹੋ ਵੀ ਇਹ ਭਗਵਾਨ ਹੈ। ਦੂਸਰੇ ਪੱਥਰ ਦੇ ਉੱਤੇ ਪੈਰ ਧਰ ਕੇ ਲੰਘ ਜਾਂਦੇ ਹੋ, ਹੈ ਤਾਂ ਪੱਥਰ ਉਹ ਵੀ। ਜੇ ਉਹ ਦਿਓ ਤਾਂ ਉਹ ਵੀ ਦੇਵਾ। ਜੇ ਉਹ ਮੰਦਰ ਵਿੱਚ ਪਿਆ ਹੋਇਆ ਪੱਥਰ ਦੇਵਤਾ ਹੈ, ਤਾਂ ਜਿਹੜਾ ਸੜਕ ਤੇ ਪਿਆ ਉਹ ਦੇਵਤਾ ਨਹੀਂ ਹੈ, ਉਹ ਵੀ ਦੇਵਤਾ ਹੋਣਾ ਚਾਹੀਦਾ ਹੈ। ਜੇ ਉਹ ਦਿਓ ਤਾਂ ਉਹ ਵੀ ਦੇਵਾ। ਕਹੇ ਨਾਮ ਦਿਓ ਹਮ ਹਰ ਕੀ ਸੇਵਾ। ਅਸੀਂ ਕਿਸੇ ਪੱਥਰ ਨੂੰ ਨਹੀਂ ਮੰਨਦੇ, ਇੱਕ ਹਰੀ ਨੂੰ ਮੰਨਦੇ ਹਾਂ, ਪਰਮਾਤਮਾ ਨੂੰ, ਜੋ ਸਾਰਿਆਂ 'ਚ ਵਸਦਾ ਹੈ, ਜੋ ਬੰਦੇ ਦੇ ਅੰਦਰ ਵਸਦਾ ਹੈ। ਸੋ ਖਾਲਸਾ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਵੀ ਜੇ ਕਰੋੜਾਂ ਯੁੱਗ ਵੀ ਕੋਟ ਯੁੱਗ ਪੱਥਰ ਦੀ ਪੂਜਾ ਕਰਦੇ ਰਹੋਗੇ, ਕੱਖ ਨਹੀਂ ਨਿਕਲਣਾ। ਪੱਥਰ ਦੇ ਵਿੱਚੋਂ ਪ੍ਰਾਪਤੀ ਨਹੀਂ ਹੋਣੀ ਪਰਮਾਤਮਾ ਦੀ। ਸਿੱਧ ਕਹਾ ਸਿਲ ਕੇ ਪਾਰਸੇ। ਪੱਥਰ ਨੂੰ ਪਰਸਣ ਨਾਲ, ਪੱਥਰ ਨੂੰ ਹੱਥ ਲਾਉਣ ਨਾਲ, ਪੱਥਰ ਨੂੰ ਮੱਥਾ ਟੇਕਣ ਨਾਲ, ਪੱਥਰ ਦੀ ਸੇਵਾ ਕਰਨ ਨਾਲ, ਪੱਥਰ ਨੂੰ ਭੋਗ ਲਵਾਉਣ ਨਾਲ ਕੀ ਸਿੱਧੀ ਹੋਣ ਲੱਗੀ ਹੈ? ਕੁਝ ਵੀ ਸਿੱਧੀ ਨਹੀਂ ਪ੍ਰਾਪਤ ਹੋਣੀ, ਕੋਈ ਵੀ ਕਾਰਜ ਸਿੱਧ ਨਹੀਂ ਹੋਣਾ, ਕੁਝ ਵੀ ਤੈਨੂੰ ਆਤਮਿਕ ਤੌਰ ਤੇ ਆਨੰਦ ਨਹੀਂ ਆਉਣਾ, ਪਰਮਾਰਥ ਦੀ ਸਿੱਧੀ ਨਹੀਂ ਹੋਣੀ। ਬਲ ਬ੍ਰਿਧ ਘਟੀ ਨਵ ਨਿਦ ਨਾ ਪਾਈ। ਸਾਰੀ ਉਮਰ ਪੱਥਰ ਦੀ ਮੂਰਤੀ ਪੂਜਦੇ ਰਹੇ, ਬਲ ਵੀ ਘਟ ਗਿਆ, ਸ਼ਕਤੀ ਵੀ ਘਟ ਗਈ, ਬੁੱਢੇ ਹੋ ਗਏ, ਪਰ ਉਹਨਾਂ ਵਿੱਚੋਂ 9 ਨਿਧੀਆਂ 18 ਸਿੱਧੀਆਂ ਜਿਹੜੀਆਂ ਮਿਲਣੀਆਂ ਸੀ ਉਹ ਨਹੀਂ ਮਿਲੀਆਂ। ਸਾਰੀ ਉਮਰ ਪੱਥਰ ਨੂੰ ਪੂਜਣ ਤੋਂ ਬਾਅਦ ਵੀ ਕਿਸੇ ਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ। ਆਜ ਹੀ ਆਜ ਸਮੋ ਜੋ ਬਿਤਿਓ। ਅੱਜ ਕੱਲ ਕਰਦਿਆਂ ਸਮਾਂ ਬੀਤ ਗਿਆ, ਟਾਈਮ ਲੰਘ ਗਿਆ, ਕਿਉਂਕਿ ਸਮਾਂ ਇੱਕ ਐਸੀ ਚੀਜ਼ ਹੈ, ਅੱਜ ਦੀ ਘੜੀ ਸਾਡੇ ਕੋਲ ਹੈ, ਕੱਲ ਕਿਸੇ ਨੇ ਨਹੀਂ ਦੇਖੀ। ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਪੁੱਛਿਆ, ਮਰਦਾਨਿਆ ਮੌਤ ਕਿੰਨੀ ਕੁ ਦੂਰ ਜਾਣੀ ਹੈ? ਕਹਿੰਦਾ ਮਹਾਰਾਜ ਅੱਜ ਦਾ ਦਿਨ ਆਇਆ, ਕੱਲ ਦਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਮਹਾਰਾਜ ਕਹਿੰਦੇ ਮਰਦਾਨਿਆ ਤੂੰ ਤੇ ਮੌਤ ਨੂੰ ਬੜੀ ਦੂਰ ਸਮਝ ਲਿਆ, ਮੌਤ ਇੰਨੀ ਦੂਰ ਨਹੀਂ ਹੈ, ਕੱਲ ਬੜੀ ਦੂਰ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਦੱਸੋ ਮੌਤ ਕਿੰਨੀ ਨੇੜੇ ਹੈ? ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ। ਸਾਨੂੰ ਕਹਿੰਦੇ ਆਦਮੀ, ਦਮ ਆ ਗਿਆ ਤੇ ਆਦਮੀ, ਨਹੀਂ ਆਇਆ ਤੇ ਮੁਰਦਾ ਮਿੱਟੀ। ਸਵਾਸ
ਚਲਦੇ ਹੈ ਤੇ ਜਿਉਂਦਾ ਹੈ, ਸਵਾਸ ਰੁਕ ਗਿਆ ਤੇ ਮੁਰਦਾ ਹੈ। ਸਾਹ ਬਾਹਰ ਗਿਆ ਹੈ, ਪਤਾ ਨਹੀਂ ਅੰਦਰ ਜਾਣਾ ਕਿ ਨਹੀਂ ਜਾਣਾ, ਮੁੜ ਕੇ ਕਿਸੇ ਕੋਲ ਕੋਈ ਗਰੰਟੀ ਨਹੀਂ ਹੈ। ਸਮਾਂ ਅੱਜ ਦਾ ਹੁਣ ਦਾ ਹੀ ਹੈ, ਹੁਣ ਨੂੰ ਸੰਭਾਲ ਲਓ। ਭਾਈ ਵੀਰ ਸਿੰਘ ਜੀ ਕਹਿੰਦੇ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਮੈਂ ਬੜੀਆਂ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਅਰਦਾਸਾਂ ਕੀਤੀਆਂ, ਜੋਦੜੀਆਂ ਕੀਤੀਆਂ, ਵਾਸਤੇ ਪਾਏ ਵੀ ਸਮਿਆਂ ਰੁਕ ਜਾ, ਪਰ ਸਮਾਂ ਨਹੀਂ ਰੁਕਿਆ। ਸਮੇਂ ਨੇ ਮੰਨੀ ਨਹੀਂ ਗੱਲ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਮੈਂ ਉਹਦੀ ਕੰਨੀ ਫੜ ਕੇ ਖਿੱਚਿਆ ਪਰ ਉਹ ਨਿਕਲ ਗਿਆ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਬੰਨੀ। ਜਿੰਨੀਆਂ ਮੈਂ ਰੋਕਾਂ ਲਾਈਆਂ ਉਹ ਸਾਰੀਆਂ ਭੰਨ ਕੇ ਚਲਾ ਗਿਆ ਸਮਾਂ। ਤ੍ਰਿਖੇ ਆਪਣੇ ਵੇਗ ਟੱਪ ਗਿਆ ਬੰਨੇ ਬੰਨੀ। ਸਮੇਂ ਦਾ ਵੇਗ ਬੜਾ ਹੀ ਤਿੱਖਾ ਹੈ, ਸਭ ਬੰਨੇ ਬੰਨੀਆਂ ਤੋੜ ਕੇ ਲੰਘ ਜਾਂਦਾ ਹੈ। ਟਾਈਮ ਨਹੀਂ ਰੁਕਿਆ ਕਿਸੇ ਕੋਲੋਂ ਨਹੀਂ ਰੁਕਿਆ। ਘੜੀ ਦੀ ਬੈਟਰੀ ਮੁੱਕ ਜਾਵੇ, ਸੈੱਲ ਮੁੱਕ ਜਾਵੇ, ਘੜੀ ਦੀਆਂ ਸੂਈਆਂ ਭਾਵੇਂ ਰੁਕ ਜਾਣ, ਪਰ ਟਾਈਮ ਦੀਆਂ ਨਹੀਂ ਰੁਕਣੀਆਂ, ਉਹ ਚਲਦੀਆਂ ਰਹਿਣੀਆਂ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਵਦਾ। ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਬੰਦੇ ਅਜੇ ਵੀ ਇਹ ਟਾਈਮ ਨੂੰ, ਸਮੇਂ ਨੂੰ ਸੰਭਾਲ ਲੈ। ਅੱਜ ਦਾ ਟਾਈਮ ਤੇਰੇ ਕੋਲ ਹੈ, ਹੁਣ ਵਾਹਿਗੁਰੂ 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 ਜਪ ਲੈ, ਕੱਲ ਤੇ ਨਾ ਛੱਡ। ਇਹਨੂੰ ਸਫਲਾ ਕਰ ਲੈ, ਕਿਉਂਕਿ ਸਮਾਂ ਉੱਡਦਾ ਜਾ ਰਿਹਾ ਹੈ। ਇਹਨੇ ਠਹਿਰਨਾ ਨਹੀਂ, ਇਹ ਠਹਿਰਨਾ ਸਿੱਖਿਆ ਹੀ ਨਹੀਂ, ਤੇ ਲੰਘ ਗਿਆ ਮੁੜ ਕੇ ਆਉਂਦਾ ਕੋਈ ਨਹੀਂ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ, ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਸਮੇਂ ਦੀ ਕਦਰ ਕਰਦਾ ਹੈ, ਸਮਾਂ ਹੀ ਸਭ ਤੋਂ ਵੱਡੀ ਦੌਲਤ ਹੈ। ਟਾਈਮ ਇਜ਼ ਮਨੀ, ਸਭ ਤੋਂ ਵੱਡਾ ਧਨ ਜਿਹੜਾ ਹੈ ਉਹ ਸਮਾਂ ਹੈ। ਸਮਾਂ ਲੰਘ ਗਿਆ ਤੇ ਫਿਰ ਮਹਾਰਾਜ ਕਹਿੰਦੇ ਹੱਥ ਨਹੀਂ ਆਵੇਗਾ। ਆਜ ਹੀ ਆਜ ਸਮੋ ਜੋ ਬਿਤਿਓ, ਅੱਜ ਦਾ ਹੀ ਸਮਾਂ ਹੈ। ਜੇ ਬੀਤ ਗਿਆ ਤਾਂ ਫਿਰ ਕੰਮ ਖਰਾਬ ਹੋਵੇਗਾ। ਹਾਂਜੀ, ਨਹਿ ਕਾਜ ਸਰਿਓ ਕਛ ਲਾਜ ਨਾ ਆਈ। ਅੱਜ ਕੱਲ ਕਰਦੇ ਆ, ਸਮਾਂ ਲੰਘ ਗਿਆ, ਟਾਈਮ ਲੰਘ ਗਿਆ, ਕੰਮ ਨਹੀਂ ਸਰਿਆ ਜੀਵ ਦਾ, ਤੇ ਮਹਾਰਾਜ ਕਹਿੰਦੇ ਆ ਬੇਕਾਰ ਜ਼ਿੰਦਗੀ ਲੰਘ ਗਈ, ਸ਼ਰਮ ਨਹੀਂ ਆਈ। ਆਜ ਹੀ ਆਜ ਸਮੋ ਜੋ ਬਿਤਿਓ, ਕਛ ਕਾਜ ਕਾ ਸਰਿਓ ਨਹਿ, ਕੰਮ ਨਹੀਂ ਸਰਿਆ। ਜਿਹੜੇ ਕੰਮ ਨੂੰ ਆਇਆ ਸੀ ਬੰਦਗੀ ਕਰਾਂਗਾ, ਨਾਮ ਜਪਾਂਗਾ, ਉਹ ਨਹੀਂ ਸਰਿਆ, ਉਹ ਕੰਮ ਕੀਤਾ ਹੀ ਨਹੀਂ। ਲਾਜ, ਤੈਨੂੰ ਸ਼ਰਮ ਨਹੀਂ ਆਉਂਦੀ, ਤੇਰੇ ਨਾਲ ਬਣੇਗਾ ਕੀ। ਹਾਂਜੀ, ਸ੍ਰੀ ਭਗਵੰਤ ਭਜਿਓ ਨਾ ਅਰੇ ਜੜ। ਜੜ ਸ਼ਬਦ ਬਾਰ-ਬਾਰ 10ਵੇਂ ਪਾਤਸ਼ਾਹ ਕਹਿ ਰਹੇ ਨੇ, ਮੂਰਖ ਅਗਿਆਨੀ ਜੀਵ, ਤੂੰ ਸ੍ਰੀ ਭਗਵੰਤ ਭਗਵਾਨ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ, ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ। ਐਸੇ ਹੀ ਐਸ ਸੋ ਬੈਸ ਗਵਾਈ। ਐਸੇ ਹੀ ਐਸੇ, ਇਸ ਤਰ੍ਹਾਂ ਹੀ ਬਸ ਅੱਜ ਕੱਲ ਕਰਦੇ ਆ। ਹੋਰ ਕੰਮਾਂ ਵਿੱਚ ਉਮਰ ਤੇਰੀ ਲੰਘ ਗਈ, ਸਮਾਂ ਲੰਘ ਗਿਆ, ਉਮਰ ਲੰਘ ਗਈ, ਆਯੂ ਬੀਤ ਗਈ ਸਾਰੀ। ਜੋ ਜੁਗ ਤੈ ਕਰ ਹੈ ਤਪਸਾ। ਹੁਣ ਮਹਾਰਾਜ ਫੇਰ ਕਹਿੰਦੇ ਆ, ਹੇ ਪੱਥਰਾਂ ਨੂੰ ਪੂਜਣ ਵਾਲਿਆ, ਜੇ ਤੂੰ ਕਈ ਯੁੱਗ ਪੱਥਰਾਂ ਦੀ ਪੂਜਾ ਕਰਦਾ ਰਿਹਾ, ਕਈ ਯੁੱਗ ਤਪੱਸਿਆ ਕਰਦਾ ਰਿਹਾ, ਪੱਥਰ ਦੇ ਸਾਹਮਣੇ ਬਹਿ ਕੇ ਪੱਥਰ ਦੀ ਉਪਾਸਨਾ 'ਚ ਲੱਗਾ ਰਿਹਾ, ਕਛ ਤੋਹੇ ਪ੍ਰਸੰਨ ਨਾ ਪਾਹਨ ਕਹਿ। ਤਾਂ ਇਹ ਪੱਥਰ ਤੈਨੂੰ ਪ੍ਰਸੰਨ ਨਹੀਂ ਕਰਨਗੇ। ਤੈਨੂੰ ਖੁਸ਼ੀ ਦੇ ਵਿੱਚ ਪੱਥਰ ਨੇ ਕੀ ਦੇਣਾ, ਪੱਥਰ ਤਾਂ ਬੋਲਦਾ ਹੀ ਨਹੀਂ ਪਿਆ ਹੈ। ਤੂੰ ਪੱਥਰ ਨੂੰ ਪੂਜੀ ਜਾ, ਬੇਸ਼ੱਕ ਜਿੰਨਾ ਭਾਵੇਂ ਯੁੱਗ ਤੱਕ, ਕਈ ਯੁੱਗ ਲਗਾ ਰਹਿ, 7 ਯੁੱਗ, ਤ੍ਰੇਤਾ, ਦੁਆਪਰ, ਸਾਰੇ ਯੁੱਗਾਂ 'ਚ ਪੂਜਾ ਕਰਦਾ ਰਹਿ ਪੱਥਰ ਦੀ, ਤਾਂ ਪੱਥਰ ਤੈਨੂੰ ਖੁਸ਼ ਨਹੀਂ ਕਰਨਗੇ, ਪ੍ਰਸੰਨ ਹੋ ਕੇ ਕੋਈ ਵਰਦਾਨ ਨਹੀਂ ਦੇਣਗੇ। ਹਾਥ ਉਠਾਏ ਭਲੀ ਬਿਦ ਸੋ ਜੜ। ਇਹ ਜੜ ਮੂਰਖ, ਹੱਥ ਚੁੱਕ ਕੇ ਤੈਨੂੰ ਕਿਸੇ ਕਦੀ ਪੱਥਰ ਨੇ ਆਸ਼ੀਰਵਾਦ ਵੀ ਨਹੀਂ ਦੇਣਾ। ਹੱਥ ਉਠਾਏ, ਕਿਉਂਕਿ ਜਦੋਂ ਕਿਸੇ ਦੀ ਸੇਵਾ ਕਰੀਏ ਬਜ਼ੁਰਗ ਦੀ, ਤੇ ਉਹ ਹੱਥ ਚੱਕ ਕੇ ਕਹਿੰਦਾ ਸ਼ਾਬਾਸ਼ ਬੇਟਾ ਜਿਉਂਦਾ ਰਹਿ, ਉਹ ਆਸ਼ੀਰਵਾਦ ਦਿੰਦਾ।
ਪੱਥਰ ਇੰਨਾ ਵੀ ਨਹੀਂ ਕਰਦਾ। ਇਹਦੇ ਨਾਲੋਂ ਤਾਂ ਚੰਗਾ ਕਿਸੇ ਬਜ਼ੁਰਗ ਦੀ, ਕਿਸੇ ਬਿਮਾਰ ਦੀ, ਕਿਸੇ ਰੋਗੀ ਦੀ ਤੂੰ ਸੇਵਾ ਕਰ ਲੈਂਦਾ, ਕਿਸੇ ਇਨਸਾਨ ਦੀ ਸੇਵਾ ਕਰ ਲੈਂਦਾ, ਤੈਨੂੰ ਆਸ਼ੀਰਵਾਦ ਤਾਂ ਦੇ ਦਿੰਦਾ ਉਹ। ਪਰ ਤੂੰ ਤੇ ਪੱਥਰ ਦੀ ਸੇਵਾ ਕਰਦਾ ਰਿਹਾ। ਪੱਥਰ ਨੇ ਕਦੀ ਤੈਨੂੰ ਹੱਥ ਚੁੱਕ ਕੇ ਨਹੀਂ ਕਹਿਣਾ ਸ਼ਾਬਾਸ਼ ਬਹੁਤ ਵਧੀਆ ਕੀਤਾ, ਤੂੰ ਮੈਨੂੰ ਲੱਸੀ ਨਾਲ ਨਵਾਇਆ, ਤੂੰ ਮੈਨੂੰ ਦੁੱਧ ਦਾ ਭੋਗ ਲਵਾਇਆ, ਤੂੰ ਮੇਰੇ ਅੱਗੇ ਵਧੀਆ ਪਕਵਾਨ ਰੱਖੇ ਨੇ, ਤੂੰ ਮੇਰੀ ਪੂਜਾ ਕੀਤੀ ਹੈ। ਪੱਥਰ ਇਦਾਂ ਨਹੀਂ ਕਦੀ ਕਹਿੰਦਾ। ਹਾਂਜੀ, ਤੋਹੇ ਕਛੂ ਵਰਦਾਨ ਨਾ ਦਹਿ। ਔਰ ਪੱਥਰ ਨੇ ਤੈਨੂੰ ਕਦੀ ਹੱਥ ਚੁੱਕ ਕੇ ਵਰਦਾਨ ਵੀ ਨਹੀਂ ਦੇਣਾ। ਕੌਣ ਭਰੋਸ ਭਇਆ ਇਹ ਕੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਕਾਹਦਾ ਭਰੋਸਾ ਪੱਥਰ ਦਾ ਤੂੰ ਕਰਦਾ ਹੈ, ਕੌਣ ਭਰੋਸ ਪਿਆ ਇਹ ਕੋ। ਇਹ ਜੋ ਤੂੰ ਪੱਥਰ ਦਾ ਭਰੋਸਾ ਕਰ ਰਿਹਾ ਹੈ, ਇਸ ਪੱਥਰ ਦਾ ਕੀ ਵਿਸ਼ਵਾਸ ਹੈ। ਇਹ ਤਾਂ ਇੱਕ ਚਿੱਤਰਕਾਰ ਨੇ, ਇੱਕ ਮੂਰਤੀਕਾਰ ਨੇ ਪੱਥਰ ਛੈਣੀ ਨਾਲ ਘੜ ਘੜ ਕੇ ਉਹਦੀ ਮੂਰਤੀ ਬਣਾ ਦਿੱਤੀ ਹੈ। ਕਈ ਜਗ੍ਹਾ ਤੇ ਤਾਂ ਮੂਰਤੀ ਬਣਾਈ ਹੁੰਦੀ ਹੈ, ਕਈ ਬਿਨਾਂ ਘੜੇ ਪੱਥਰ ਨੂੰ ਹੀ ਰੱਬ ਮੰਨਦੇ ਆ, ਕਈ ਉੱਦਾਂ ਹੀ ਪੱਥਰ ਰੱਖ ਲੈਂਦੇ ਆ, ਕਹਿੰਦੇ ਬਸ ਇਹ ਭਗਵਾਨ ਹੈ। ਮਹਾਰਾਜ ਕਹਿੰਦੇ ਇਸ ਪੱਥਰ ਦਾ ਕੀ ਭਰੋਸਾ ਕਰਦਾ ਹੈ। ਕਹ ਭੀਰ ਪਰੀ ਨਹਿ ਆਨ ਬਚੈ ਹੈ। ਜੇ ਤੇਰੇ ਉੱਤੇ ਕੋਈ ਪੀੜਾ ਪੈ ਗਈ, ਕੋਈ ਮੁਸੀਬਤ ਪੈ ਗਈ, ਤਾਂ ਇਸ ਪੱਥਰ ਨੇ ਤੈਨੂੰ ਆ ਕੇ ਬਚਾਉਣਾ ਨਹੀਂ। ਜੇ ਕੋਈ ਮੁਸੀਬਤ ਪਏਗੀ ਤੇ ਅਕਾਲ ਪੁਰਖ ਹੀ ਕੰਮ ਆਵੇਗਾ, ਪੱਥਰ ਨਹੀਂ ਆਵੇਗਾ। ਪਰਮੇਸ਼ਰ ਅੱਗੇ ਅਰਦਾਸ ਕਰੋਗੇ ਤੇ ਜ਼ਰੂਰ ਕਿਰਪਾ ਕਰੇਗਾ। ਸਤਿਗੁਰੂ ਜਾਗਤਾ ਹੈ ਦੇਵ। ਬੜੇ ਸੋਹਣੇ ਬਚਨ ਭਗਤ ਕਬੀਰ ਸਾਹਿਬ ਜੀ ਲਿਖਦੇ ਹੈ। ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਏਓ। ਸਤਿਗੁਰੂ ਜਾਗਤਾ ਹੈ ਦੇਵ। ਹੇ ਮਾਲਣ, ਤੂੰ ਪੱਤਾ ਪੱਤਾ ਤੋੜ ਕੇ, ਫੁੱਲ ਤੋੜ ਕੇ ਲਿਆਉਂਦੀ ਹੈ ਤੇ ਪੱਥਰ ਤੇ ਚੜਾ ਦਿੰਦੀ ਹੈ। ਜਿਹੜੇ ਪੱਥਰ ਵਾਸਤੇ ਤੂੰ ਫੁੱਲ ਤੋੜਦੀ ਹੈ ਉਹ ਨਿਰਜਿੰਦ ਹੈ, ਉਹਦੇ 'ਚ ਜਾਨ ਨਹੀਂ ਹੈ, ਪਰ ਪੱਤਿਆਂ 'ਚ ਜਾਨ ਹੈ। ਆਖੋ ਸ੍ਰੀ ਵਾਹਿਗੁਰੂ। ਪਾਤੀ ਪਾਤੀ ਜੀਓ, ਪੱਤੇ ਪੱਤੇ 'ਚ ਆਤਮਾ ਹੈ, ਪੱਤੇ ਪੱਤੇ 'ਚ ਜੀਵ ਹੈ, ਪੱਤੇ ਪੱਤੇ 'ਚ ਚੇਤਨਾ ਹੈ। ਸਾਧ ਸੰਗਤ ਜੀ, ਜਿਤਨੀ ਘਾਹ ਤੋਂ ਲੈ ਕੇ ਚੰਦਨ ਤੱਕ 18 ਭਾਰ ਬਨਸਪਤੀ ਧਰਤੀ 'ਚੋਂ ਪੈਦਾ ਹੁੰਦੀ, ਸਾਰੀ ਜਾਨਦਾਰ ਹੁੰਦੀ ਹੈ। ਕੋਈ ਵੀ ਘਾਹ ਦਾ ਤੀਲਾ ਤੇ ਚੰਦਨ ਦੇ ਬੂਟੇ ਤੱਕ, ਜਿੰਨੇ ਵੀ ਬੂਟੇ ਹਨ ਦੁਨੀਆ ਦੇ, ਨਿਰਜਿੰਦ ਨਹੀਂ ਹੁੰਦੇ, ਜਾਨ ਵਾਲੇ ਹੁੰਦੇ। ਤਾਂ ਹੁਣ ਸਾਇੰਸ ਵਾਲੇ ਵੀ ਮੰਨਦੇ ਆ ਵੀ ਜਾਨਦਾਰ ਹੁੰਦਾ ਤਾਂ ਹੀ ਬੂਟਾ ਜੰਮਦਾ, ਜਾਨਦਾਰ ਹੁੰਦਾ ਤਾਂ ਹੀ ਵੱਡਾ ਹੁੰਦਾ। ਜਿਹੜੀ ਚੀਜ਼ ਜਾਨ ਨਹੀਂ ਹੁੰਦੀ ਉਹ ਤਾਂ ਵੱਡੀ ਨਹੀਂ ਹੁੰਦੀ। ਤੇ ਜਿਹੜੇ ਤੂੰ ਪੱਤੇ ਫੁੱਲ ਤੋੜਦੀ ਐ, ਬ੍ਰਹਮਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦੇਓ। ਪੱਤੇ ਵਿੱਚ ਬ੍ਰਹਮਾ ਹੈ, ਡਾਲੀ ਵਿੱਚ ਵਿਸ਼ਨੂੰ ਹੈ, ਫੁੱਲਾਂ 'ਚ ਸ਼ਿਵ ਜੀ ਹੈ। ਉਹਨਾਂ ਤੀਨ ਦੇ ਉੱਪਰ ਤਖਤ ਤੋਰੈ, ਤੂੰ ਉਹਨਾਂ ਨੂੰ ਤਾਂ ਤੋੜ ਲਿਆ, ਬ੍ਰਹਮਾ ਵਿਸ਼ਨੂੰ ਨੂੰ ਤਾਂ ਤੋੜ ਲਿਆ, ਤੀਨ ਦੇਵ ਪ੍ਰਤੱਖ ਤੋਰੈ, ਕਰੈ ਕਿਸ ਕੀ ਸੇਓ। ਪਾਖਾਨ ਗੱਢ ਕੇ ਮੂਰਤ ਕੀਨੀ, ਪੱਥਰ ਘੜ ਕੇ ਛੈਣੀ ਦੇ ਥੋੜੇ ਨਾਲ ਕੱਟ ਕੱਟ ਕੇ ਮੂਰਤੀ ਬਣਾ ਲਈ। ਪਾਖਾਨ ਗੱਢ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ। ਜਿਹਨੇ ਮੂਰਤੀ ਬਣਾਈ ਆ ਉਹਨੇ ਮੂਰਤੀ ਦੇ ਉੱਤੇ ਪੈਰ ਰੱਖਿਆ। ਜਦੋਂ ਮੂਰਤੀਆਂ ਬਣਾਉਂਦੇ ਆ ਨਾ, ਉਹ ਛਾਤੀ ਦੇ ਉੱਤੇ ਪੈਰ ਧਰ ਕੇ ਘੜਦੇ ਰਹਿੰਦੇ ਆ। ਕਹਿੰਦੇ ਜੇ ਇਹ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ। ਜੇ ਇਹ ਮੂਰਤੀ 'ਚ ਜਾਨ ਹੈ, ਇਹ ਸੱਚੀ ਹੈ, ਤੇ ਇਹਨੂੰ ਉਹ ਜਿਹੜਾ ਬੰਦਾ ਉੱਤੇ ਪੈਰ ਰੱਖਦਾ ਉਹਨੂੰ ਖਾ ਜਾਂਦੀ। ਪਰ ਨਹੀਂ, ਇਹ ਮੂਰਤੀ ਹਿੱਲੀ ਜੁੱਲੀ ਨਹੀਂ, ਜਿਵੇਂ ਉਹਨੇ ਇਹਨੂੰ ਚਲਾਇਆ ਉਵੇਂ ਚੱਲ ਪਈ, ਬਣ ਗਈ ਹੈ, ਆਪਣੇ ਆਪ ਕੁਝ ਨਹੀਂ ਹੈ। ਫੁੱਲਾਂ ਨੂੰ ਤੋੜਦੀ ਹੈ ਜਿਨ੍ਹਾਂ 'ਚ ਜਾਨ ਹੈ, ਪੱਥਰ ਨੂੰ ਪੂਜਦੀਆਂ ਜਿਹੜੇ ਬੇਜਾਨ ਹਨ। ਉਹ ਕਹਿੰਦੀ ਫਿਰ ਮੈਂ ਕੀ ਕਰਾਂ। ਮਹਾਰਾਜ ਕਹਿੰਦੇ ਸਤਿਗੁਰ ਜਾਗਤਾ ਹੈ ਦਿਓ। ਜਾਗਦਾ ਦੇਵਤਾ ਤੇ ਸਤਿਗੁਰੂ ਹੈ, ਜਿਹੜਾ ਤੇਰੀ ਹਰ ਵੇਲੇ ਸਹਾਇਤਾ ਕਰੇਗਾ। ਜਿੱਥੇ ਮੁਸੀਬਤ ਪਏਗੀ ਉੱਥੇ ਗੁਰੂ ਬਾਂਹ ਫੜੇਗਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਨਸੁਖ ਦਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾਇਆ ਸੀ।
ਲਾਹੌਰ ਦਾ ਰਹਿਣ ਵਾਲਾ ਸੇਠ ਮਨਸੁਖ ਸੀ। ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਵਿਸਥਾਰ ਸਹਿਤ ਆਈ ਹੈ। ਭਾਈ ਮਰਦਾਨੇ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਸੀ ਤੇ ਮਰਦਾਨਾ ਗੁਰੂ ਨਾਨਕ ਸਾਹਿਬ ਕੋਲ ਆਇਆ। ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਸਾਹਿਬ, ਮਹਾਰਾਜ ਤੋਂ ਸੁਲਤਾਨਪੁਰ ਦੇ ਵਿੱਚ ਹੱਟ ਸਾਹਿਬ ਤੇ ਬਹਿ ਕੇ 13 ਤੋਲਿਆ ਕਰਦੇ ਸਨ। ਆ ਕੇ ਕਹਿਣ ਲੱਗਾ, ਮਹਾਰਾਜ ਤੁਹਾਡੀ ਭਤੀਜੀ ਦਾ ਵਿਆਹ ਹੈ, ਕਿਉਂਕਿ ਮਹਾਰਾਜ ਮਰਦਾਨੇ ਨੂੰ ਆਪਣਾ ਭਾਈ ਕਹਿੰਦੇ ਸਨ, ਇਸ ਕਰਕੇ ਬੜਾ ਪਿਆਰ ਕਰਦਾ ਸੀ। ਕਹਿਣ ਲੱਗਾ, ਮੇਰੀ ਲੜਕੀ ਦਾ ਵਿਆਹ, ਤੁਹਾਡੀ ਬੱਚੀ ਹੈ ਮੇਰੀ ਨਹੀਂ, ਤੇ ਮੇਰੇ ਘਰ ਤੇ ਖਾਣ ਨੂੰ ਆਟਾ ਨਹੀਂ, ਗਰੀਬੀ ਬੜੀ ਹੈ, ਤੇ ਬੱਚੀ ਦਾ ਵਿਆਹ ਕਰਨਾ, ਕਿਰਪਾ ਕਰੋ। ਮਹਾਰਾਜ ਕਹਿੰਦੇ ਕੋਈ ਨਹੀਂ ਮਰਦਾਨਿਆ। ਮਲਸੀਆਂ ਨਕੋਦਰ ਦੇ ਲਾਗੇ ਹੈ, ਜਿੱਥੋਂ ਦਾ ਸੇਠ ਸੀਗਾ, ਚੌਧਰੀ ਸੀ ਭਾਈ ਭਗੀਰਥ, ਗੁਰੂ ਸਾਹਿਬ ਕੋਲ ਆਉਂਦਾ ਜਾਂਦਾ ਸੀ, ਕਿਉਂਕਿ ਦੇਵੀ ਮਾਤਾ ਨੇ ਭਗੀਰਥ ਨੂੰ ਦਰਸ਼ਨ ਦੇ ਕੇ ਕਿਹਾ ਸੀ ਜੇ ਮੁਕਤੀ ਲੈਣੀ ਹੈ ਤਾਂ ਗੁਰੂ ਨਾਨਕ ਸਾਹਿਬ ਕੋਲ ਚਲਾ ਜਾ। ਉਹ ਭਾਈ ਭਗੀਰਥ ਚੌਧਰੀ ਗੁਰੂ ਨਾਨਕ ਸਾਹਿਬ ਨੇ ਬੁਲਾ ਲਿਆ ਤੇ ਉਹਨੂੰ ਮਹਾਰਾਜ ਕਹਿਣ ਲੱਗੇ, ਚੌਧਰੀ ਜੀ ਆ ਤੁਸੀਂ ਸਾਡੀ ਚਿੱਠੀ ਲੈ ਜਾਓ, ਅਸੀਂ ਲਿਸਟ ਬਣਾ ਦਿੰਦੇ ਹਾਂ। ਮਰਦਾਨੇ ਨੂੰ ਕਹੀ ਗਏ, ਮਹਾਰਾਜ ਤੂੰ ਬੋਲੀ ਜਾ। ਮਰਦਾਨਾ ਸਮਾਨ ਦੱਸਦਾ ਗਿਆ, ਗੁਰੂ ਸਾਹਿਬ ਲਿਖਦੇ ਕਿ ਲਿਸਟ ਤਿਆਰ ਕਰ ਲਈ, ਸੂਚੀ ਤਿਆਰ ਕਰ ਲਈ ਵੀ ਆ ਸਮਾਨ ਲੈਣਾ, ਸਾਰਾ ਨਿੱਕਾ ਮੋਟਾ ਸਮਾਨ ਉਹਦੀ ਲਿਸਟ ਤਿਆਰ ਕਰਕੇ ਭਾਈ ਭਗੀਰਥ ਨੂੰ ਦੇ ਕੇ ਮਹਾਰਾਜ ਕਹਿੰਦੇ, ਭਗੀਰਥ ਜੀ ਆ ਲੈ ਜਾਓ ਤੇ ਲਾਹੌਰ ਤੋਂ ਇਹ ਸਮਾਨ ਖਰੀਦ ਕੇ ਲਿਆਓ, ਕਿਉਂਕਿ ਵੱਡੀ ਮੰਡੀ ਜਿਹੜੀ ਸੀ ਉਹ ਲਾਹੌਰ ਵਿੱਚ ਸੀ। ਸਮਾਨ ਜਿਹੜਾ ਵਧੀਆ ਜਾਂ ਮਹਿੰਗਾ ਜਾਂ ਜ਼ਿਆਦਾ ਲੈਣਾ ਹੋਵੇ ਤੇ ਲਾਹੌਰ ਜਾਣਾ ਪੈਂਦਾ ਸੀ। ਮਹਾਰਾਜ ਕਹਿੰਦੇ ਭਾਈ ਮਰਦਾਨੇ ਦੀ ਬੇਟੀ ਦੇ ਵਿਆਹ ਵਾਸਤੇ ਆਹ ਸਮਾਨ ਲਾਹੌਰ ਤੋਂ ਲੈਣਾ ਤੇ ਤੁਸੀਂ ਲੈ ਕੇ ਮਰਦਾਨੇ ਨੂੰ ਦੇ ਦੇਣਾ, ਤੇ ਆਹ ਮਾਇਆ ਵੀ ਨਾਲ ਦੇ ਦਿੱਤੀ। ਜਿੰਨਾ ਕੁਝ ਮਹਾਰਾਜ ਨੇ ਕਰਨਾ ਸੀ ਉਹ ਕਰਕੇ ਤੋਰ ਦਿੱਤਾ। ਜਾਣ ਲੱਗਿਆ ਭਾਈ ਭਗੀਰਥ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਗੀਰਥ ਜੀ ਇੱਕ ਰਾਤ ਤੋਂ ਵੱਧ ਕੇ ਲਾਹੌਰ ਨਹੀਂ ਰਹਿਣਾ। ਇਹ ਗੱਲ ਵੱਖਰੀ ਕਹਿ ਦਿੱਤੀ, ਇੱਕ ਰਾਤ ਤੋਂ ਜ਼ਿਆਦਾ ਦੂਸਰੀ ਰਾਤ ਲਾਹੌਰ ਨਹੀਂ ਰਹਿਣਾ। ਭਾਈ ਭਗੀਰਥ ਜੀ ਦਾ ਮਹਾਰਾਜ ਦਾ ਬਚਨ ਮੰਨ ਕੇ ਤੇ ਉਹ ਲਿਸਟ ਲੈ ਕੇ ਲਾਹੌਰ ਚਲੇ ਗਏ, ਮਰਦਾਨੇ ਨੂੰ ਨਾਲ ਲੈ ਗਏ। ਜਿਵੇਂ ਅੱਜ ਕੱਲ੍ਹ ਬੜੇ ਵੱਡੇ ਮੌਲ ਬਣੇ ਹੋਏ ਨੇ, ਪਹਿਲੇ ਸ਼ਹਿਰਾਂ ਦੇ ਵਿੱਚ ਵੱਡੀਆਂ ਥੋਕ ਦੀਆਂ ਦੁਕਾਨਾਂ ਹੁੰਦੀਆਂ ਸੇਠਾਂ ਦੀਆਂ। ਉਹਨਾਂ ਦੁਕਾਨਾਂ ਦੀ ਇਹ ਖਾਸੀਅਤ ਹੁੰਦੀ ਸੀ ਵੀ ਹਰ ਚੀਜ਼ ਉਸ ਦੁਕਾਨ ਤੋਂ ਮਿਲ ਜਾਂਦੀ ਸੀ, ਬਹੁਤੀਆਂ ਦੁਕਾਨਾਂ ਤੇ ਘੁੰਮਣਾ ਨਹੀਂ ਸੀ ਪੈਂਦਾ। ਉਸ ਵੱਡੀ ਦੁਕਾਨ ਤੇ ਜਿਹਦੇ 'ਚ ਸਭ ਤਰ੍ਹਾਂ ਦਾ ਸਮਾਨ ਮਿਲਦਾ ਸੀ, ਚੌਧਰੀ ਭਗੀਰਥ ਜਾ ਬੈਠਾ। ਇੱਕ ਬਹੁਤ ਵੱਡਾ ਸੇਠ, ਕਰੋੜਾਂਪਤੀ ਆਦਮੀ, ਤਕੀਆ ਲਾ ਕੇ ਸਰਾਣਾ ਲਾ ਕੇ ਬੈਠਾ ਸੀ। ਉਹਨੂੰ ਮਿਲਿਆ, ਸੇਠ ਨੂੰ ਦੱਸਿਆ ਵੀ ਆਹ ਸਮਾਨ ਅਸੀਂ ਲੈਣਾ। ਸੇਠ ਨੇ ਭਾਈ ਭਗੀਰਥ ਦੇ ਹੱਥੋਂ ਲਿਸਟ ਫੜ ਲਈ, ਸਾਰਾ ਸਮਾਨ ਪੜ੍ਹ ਕੇ ਆਪਣੇ ਨੌਕਰਾਂ ਨੂੰ ਲਿਖਾਤਾ ਵੀ ਆਹ ਸਮਾਨ ਲੈ ਕੇ ਆਓ। ਨਾਲ ਉਹ ਸੇਠ ਕਹਿਣ ਲੱਗਾ, ਜੀ ਇਹ ਸਮਾਨ ਸਾਰਾ ਤੁਹਾਨੂੰ ਕੱਲ੍ਹ ਨੂੰ ਮਿਲ ਜਾਏਗਾ, ਪਰ ਇੱਕ ਚੀਜ਼ ਜਿਹੜੀ ਹੈ ਉਹਦੇ ਵਾਸਤੇ 2-3 ਦਿਨ ਲੱਗਣਗੇ, ਤੁਸੀਂ 2-3 ਦਿਨ ਤੁਹਾਨੂੰ ਸਾਡੇ ਕੋਲ ਠਹਿਰਨਾ ਪਏਗਾ। ਬਾਕੀ ਸਾਰਾ ਸਮਾਨ ਸਾਡੇ ਕੋਲ ਤਿਆਰ ਹੈ। ਜਿਹੜਾ ਕੁੜੀ ਦੇ ਹੱਥ 'ਚ ਵਿਆਹ ਦਾ ਸੁਹਾਗ ਚੂੜਾ ਪਾਉਂਦੇ ਆ, ਉਹ ਚੂੜਾ ਤਿਆਰ ਨਹੀਂ ਹੈ। ਚੂੜਾ ਬਣਾਉਣ ਵਾਲੇ ਕਾਰੀਗਰ ਨੂੰ ਪਹਿਲਾਂ ਕਹਿਣਾ ਪਏਗਾ ਤੇ ਉਹ 2 ਦਿਨ 'ਚ ਚੂੜਾ ਬਣਾਏਗਾ। ਵਧੀਆ ਚੂੜਾ ਤਿਆਰ ਕਰਕੇ ਦਿਆਂਗੇ, ਇਸ ਕਰਕੇ ਚੌਧਰੀ ਜੀ ਤੁਸੀਂ ਸਾਡੇ ਕੋਲ ਠਹਿਰੋ। ਉਸ ਸੇਠ ਦਾ ਨਾਮ ਸੀ ਮਨਸੁਖ, ਤੇ ਮਨਸੁਖ ਸੇਠ ਦੀ ਗੱਲ ਸੁਣ ਕੇ ਚੌਧਰੀ ਭਗੀਰਥ ਕਹਿਣ ਲੱਗਾ, ਜੀ ਮਾਫ ਕਰਨਾ, ਮੈਂ ਤੁਹਾਡੇ ਕੋਲ ਦੂਜੀ ਰਾਤ ਨਹੀਂ ਰਹਿ ਸਕਦਾ। ਜੇ ਦੂਜੀ ਰਾਤ ਰਵਾਂਗਾ ਤੇ ਮੇਰਾ ਜਨਮ ਭ੍ਰਿਸ਼ਟ ਹੋ ਜਾਏਗਾ। ਇਹ ਸ਼ਬਦ ਕਹੇ ਉਹ ਸੇਠ ਦੇ ਕੰਨ ਖੜੇ ਹੋ ਗਏ। ਕਹਿਣ ਲੱਗਾ, ਇਹ ਕੀ ਗੱਲ ਹੋਈ? ਤੁਸੀਂ ਇਹ ਤਾਂ ਕਹਿ ਸਕਦੇ ਹੋ ਵੀ ਮੈਂ ਦੂਜੀ ਰਾਤ ਨਹੀਂ ਰਹਿ ਸਕਦਾ, ਜੇ ਮੈਂ ਰਵਾਂਗਾ ਤੇ ਮੇਰਾ ਕੰਮ ਖਰਾਬ ਹੋਵੇਗਾ, ਮੇਰੇ ਕੋਈ 100 ਕੰਮ ਨੇ ਦੁਨਿਆਵੀ,
ਪਰ ਇਹ ਤਾਂ ਕਦੀ ਕਿਸੇ ਨੇ ਨਹੀਂ ਕਿਹਾ ਵੀ ਮੇਰਾ ਜਨਮ ਭ੍ਰਿਸ਼ਟ ਹੋ ਜਾਏਗਾ। ਇਹਦਾ ਕੀ ਕਾਰਨ ਹੈ, ਇਹ ਦੱਸੋ। ਭਾਈ ਭਗੀਰਥ ਜੀ ਕਹਿਣ ਲੱਗੇ ਇਹਦਾ ਕਾਰਨ ਇਹ ਹੈ ਕਿ ਮੈਨੂੰ ਪੂਰੇ ਗੁਰੂ ਮਿਲ ਗਏ ਨੇ। ਮੇਰੇ ਸਤਿਗੁਰਾਂ ਦਾ ਮੈਨੂੰ ਆਉਣ ਲੱਗਿਆ ਹੁਕਮ ਹੋਇਆ ਵੀ ਇੱਕ ਰਾਤ ਤੋਂ ਜ਼ਿਆਦਾ ਨਹੀਂ ਰਹਿਣਾ। ਜੇ ਮੈਂ ਉਹਨਾਂ ਮਹਾਂਪੁਰਸ਼ਾਂ ਦਾ ਬਚਨ ਉਲਟਾਉਂਦਾ ਹਾਂ, ਉਹਨਾਂ ਦੇ ਬਚਨ ਦੀ ਅਵੱਗਿਆ ਹੁੰਦੀ ਹੈ ਤੇ ਉਹ ਪਾਪ ਹੈ, ਇਸ ਕਰਕੇ ਜਨਮ ਭ੍ਰਿਸ਼ਟ ਹੁੰਦਾ। ਕਹਿਣ ਲੱਗਾ, ਕਹਿੰਦਾ ਅੱਜ ਕੱਲ੍ਹ ਕਲਯੁਗ 'ਚ ਬੜੇ ਸੰਤ ਬਣੇ ਫਿਰਦੇ ਨੇ ਚੌਧਰੀ ਜੀ, ਮੈਨੂੰ ਤੇ ਕੋਈ ਸੱਚਾ ਮਿਲਿਆ ਕੋਈ ਨਹੀਂ, ਤੁਹਾਨੂੰ ਕਿੱਥੋਂ ਮਿਲ ਗਿਆ? ਚੌਧਰੀ ਕਹਿੰਦਾ, ਸੇਠ ਜੀ ਤੁਹਾਨੂੰ ਨਹੀਂ ਮਿਲਿਆ, ਤੁਹਾਡੇ ਕਰਮਾਂ 'ਚ ਨਹੀਂ ਹੋਣਾ, ਪਰ ਮੈਨੂੰ ਮਿਲ ਗਿਆ। ਮੈਨੂੰ ਜਿਹੜਾ ਮਹਾਂਪੁਰਸ਼ ਮਿਲਿਆ ਉਹ ਸੱਚਾ ਮਹਾਂਪੁਰਸ਼ ਹੈ, ਉਹ ਅੰਦਰੋਂ ਬਾਹਰੋਂ ਇੱਕੋ ਜਿਹਾ ਹੈ ਔਰ ਉਹਦੇ ਦਰਸ਼ਨਾਂ ਨਾਲ ਹੀ ਜਨਮ ਸੁਧਰ ਜਾਂਦਾ ਹੈ ਔਰ ਉਹਦਾ ਬਚਨ ਕਮਾਣ ਦੇ ਨਾਲ ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਈਦਾ। ਉਹ ਕਹਿਣ ਲੱਗਾ, ਫਿਰ ਵੈਸੇ ਤਾਂ ਮੈਂ ਮੰਨਦਾ ਨਹੀਂ ਚੌਧਰੀ ਜੀ, ਮੇਰਾ ਵਿਸ਼ਵਾਸ ਨਹੀਂ ਵੀ ਕਲਯੁਗ 'ਚ ਕੋਈ ਸੰਤ ਪੂਰਾ ਹੋਵੇ, ਪਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਮੰਨ ਵੀ ਲੈਣਾ। ਜੇ ਇਹ ਗੱਲ ਹੈ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਜੇ ਤੁਹਾਡੇ ਵਾਲਾ ਸੰਤ ਪੂਰਾ ਹੈ ਮੈਂ ਤੁਹਾਡੇ ਨਾਲ ਸਵੇਰੇ ਹੀ ਚੱਲਾਂਗਾ, ਸਮਾਨ ਕੱਲ੍ਹ ਸਾਰਾ ਤਿਆਰ ਕਰਾ ਦਿਆਂਗਾ। ਰਹਿ ਗਈ ਚੂੜੇ ਦੀ ਗੱਲ, ਕੁੜੀ ਦਾ ਚੂੜਾ ਜਿਹੜਾ ਬਾਜ਼ਾਰੋਂ ਬਣਵਾਉਣਾ ਹੈ ਉਹ ਤੇ ਦਾ ਟਾਈਮ ਲੱਗਦਾ, ਪਰ ਮੈਂ ਨਾ ਆਪਣੇ ਸ਼ੌਂਕ ਲਈ ਆਪਣੇ ਘਰ ਇੱਕ ਵਧੀਆ ਕੀਮਤੀ ਬਹੁਤ ਮਹਿੰਗਾ ਚੂੜਾ ਬਣਾ ਕੇ ਵੈਸੇ ਹੀ ਰੱਖਿਆ ਹੋਇਆ ਤੇ ਮੈਂ ਤੁਹਾਨੂੰ ਉਹ ਫਰੀ ਦੇ ਵਿੱਚ ਮੱਥਾ ਟੇਕਾਂਗਾ ਜੇ ਤੁਹਾਡਾ ਸੰਤ ਮੇਰੀ ਗੱਲ ਬੁੱਝ ਲਵੇ, ਮੇਰੇ ਮਨ ਦੀ ਜਾਣ ਲਵੇ। ਭਾਈ ਭਗੀਰਥ ਜੀ ਕਹਿੰਦੇ ਤੁਹਾਡੀ ਮਰਜ਼ੀ, ਪਰ ਮੈਂ ਆਪਣੇ ਸੰਤ ਨੂੰ, ਆਪਣੇ ਗੁਰੂ ਨਾਨਕ ਨੂੰ ਪੂਰਾ ਹੀ ਸਮਝਦਾ। ਰਾਤ ਬੀਤੀ, ਉਸ ਸੇਠ ਮਨਸੁਖ ਨੇ ਸਾਰਾ ਸਮਾਨ ਤਿਆਰ ਕਰਵਾ ਕੇ ਸਵੇਰੇ ਸਵੇਰੇ ਗੱਡਿਆਂ ਤੇ ਲਦਵਾ ਵੀ ਦਿੱਤਾ ਤੇ ਚੂੜਾ ਉਹਨੇ ਆਪਣੇ ਘਰੋਂ ਵਧੀਆ ਕਿਸਮ ਦਾ ਜਿਹੜਾ ਸੀਗਾ ਭਾਈ ਮਰਦਾਨੇ ਦੀ ਧੀ ਵਾਸਤੇ, ਬੇਟੀ ਵਾਸਤੇ, ਉਹ ਵੀ ਤਿਆਰ ਕਰਵਾ ਲਿਆ, ਘਰੋਂ ਹੀ ਕਢਾ ਲਿਆ ਤੇ ਭਾਈ ਭਗੀਰਥ ਦੇ ਨਾਲ, ਮਰਦਾਨੇ ਦੇ ਨਾਲ ਸਾਰਾ ਸਮਾਨ ਲੱਦ ਕੇ ਸੁਲਤਾਨਪੁਰ ਨੂੰ ਤੁਰ ਪਏ। ਜਦੋਂ ਸ੍ਰੀ ਸੁਲਤਾਨਪੁਰ ਸਾਹਿਬ ਆਏ, ਮਹਾਰਾਜ ਨੂੰ ਮਿਲੇ, ਗੁਰੂ ਨਾਨਕ ਦੇਵ ਜੀ ਨੂੰ, ਤੇ ਮਨ ਵਿੱਚ ਉਹਨੇ ਸੋਚਿਆ ਸੀ, ਮਨਸੁਖ ਨੇ, ਆਪਣੇ ਕਿਸੇ ਨੂੰ ਦੱਸਿਆ ਨਹੀਂ ਉਹਨੇ, ਨਾ ਭਗੀਰਥ ਨੂੰ ਦੱਸਿਆ ਨਾ ਮਰਦਾਨੇ ਨੂੰ, ਆਪਣੇ ਦਿਲ ਵਿੱਚ ਸ਼ਰਧਾ ਇਹ ਰੱਖੀ ਵੀ ਜੇ ਗੁਰੂ ਨਾਨਕ ਸਾਹਿਬ ਜੀ ਜਾਂਦੇ ਹੀ ਮੇਰਾ ਨਾਂ ਲੈ ਕੇ ਬੁਲਾਣ, ਆਪੇ ਹੀ ਮੈਨੂੰ ਮੇਰਾ ਨਾਂ ਲੈ ਕੇ ਕਹਿਣ ਆਓ ਮਨਸੁਖ ਜੀ, ਸੇਠ ਜੀ, ਤੇ ਸਮਝਾਂਗਾ ਵੀ ਪੂਰੇ ਨੇ, ਤੇ ਜੇ ਮੇਰਾ ਨਾਂ ਨਾ ਲਿਆ ਫਿਰ ਸਮਝਾਂਗਾ ਇਵੇਂ ਪਖੰਡੀ ਹੈ। ਜਦੋਂ ਸੇਠ ਮਨਸੁਖ, ਭਾਈ ਭਗੀਰਥ ਤੇ ਭਾਈ ਮਰਦਾਨਾ ਦੁਕਾਨ ਤੇ ਆਏ ਮੋਦੀ ਖਾਨੇ 'ਚ, ਆਉਂਦਿਆਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆਓ ਸੇਠ ਮਨਸੁਖ ਜੀ ਆਓ, ਹੁਣ ਤੁਹਾਡੇ ਮਨ ਨੂੰ ਸੱਚਾ ਸੁੱਖ ਮਿਲ ਜਾਏਗਾ। ਨਾ ਸੀ ਮਨਸੁਖ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਮਨਸੁਖ ਦਾ ਅਰਥ ਕੀ ਹੁੰਦਾ। ਕਈ ਵਾਰੀ ਆਪਣਾ ਨਾਂ ਤੇ ਅਸੀਂ ਬੜਾ ਵੱਡਾ ਰਖਾਇਆ ਹੁੰਦਾ, ਪਰ ਨਾਂ ਦਾ ਅਰਥ ਵੀ ਨਹੀਂ ਪਤਾ ਹੁੰਦਾ ਵੀ ਨਾਂ ਦਾ ਮਤਲਬ ਕੀ ਹੈ। ਮਨਸੁਖ, ਜਦੋਂ ਮਨਸੁਖ ਦਾ ਨਾਂ ਲਿਆ ਤੇ ਮਨਸੁਖ ਪੈਰਾਂ ਤੇ ਢਹਿ ਪਿਆ, ਕਹਿਣ ਲੱਗਾ ਮਹਾਰਾਜ ਬੜੀ ਬਖਸ਼ਿਸ਼ ਹੋਈ, ਤੁਹਾਡੇ ਦਰਸ਼ਨ ਹੋਏ, ਬੜੀ ਕਿਰਪਾ ਕੀਤੀ ਹੈ, ਮੈਨੂੰ ਆਪਣੇ ਚਰਨਾਂ 'ਚ ਬੁਲਾ ਲਿਆ। ਕੁਝ ਦਿਨ ਗੁਰੂ ਨਾਨਕ ਸਾਹਿਬ ਕੋਲ ਰਿਹਾ। ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪੋਥੀ ਬਣਾ ਕੇ, ਜੋ ਮਹਾਰਾਜ ਬਾਣੀ ਬੋਲਦੇ ਰਹਿੰਦੇ ਸੀ ਉਹ ਲਿਖਦਾ ਰਹਿੰਦਾ ਸੀ ਤੇ ਲਿਖ ਕੇ ਨਾਲ ਲੈ ਗਿਆ। ਲਾਹੌਰ ਚਲਾ ਗਿਆ, ਕਦੀ ਕਦੀ ਲਾਹੌਰ ਤੋਂ ਮਿਲਣ ਵਾਸਤੇ ਫਿਰ ਆਉਂਦਾ ਸੀ, ਹਫ਼ਤਾ ਖੰਡ ਸੁਲਤਾਨਪੁਰ ਰਹਿ ਕੇ ਚਲਾ ਜਾਂਦਾ ਸੀ, ਸੰਗਤ ਕਰਦਾ ਸੀ। ਕਰੋੜਾਪਤੀ ਸੇਠ ਸੀ। ਇੱਕ ਵਾਰੀ ਉਹਦੇ ਮਨ 'ਚ ਆਇਆ ਵੀ ਸਿੰਗਲਾ ਦੀਪ ਵਾਲੇ ਪਾਸੇ ਵਪਾਰ ਕਰਨ ਜਾਈਏ। ਅੱਗੇ ਵੀ ਜਾਂਦਾ ਸੀ, ਕਈ ਵਾਰ ਉਹ ਬਹੁਤ ਸਾਰਾ ਮਾਲ ਲੈ ਕੇ ਬਾਹਰਲੇ ਮੁਲਕਾਂ 'ਚ ਵੇਚਦਾ ਸੀ, ਉਧਰ ਦਾ ਮਾਲ ਇੱਧਰ ਲਿਆਉਂਦਾ ਸੀ, ਇੱਧਰ ਦਾ ਉੱਧਰ ਲਿਜਾਂਦਾ ਸੀ। ਸ਼ਾਹੂਕਾਰ ਸੀ ਬਹੁਤ ਤਗੜਾ। ਉਹ ਸਿੰਗਲਾ ਦੀਪ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਜਹਾਜ਼ ਦੇ ਵਿੱਚ ਪਾਣੀ ਦੇ ਸਮੁੰਦਰ 'ਚ ਤੂਫਾਨ ਆ ਗਿਆ, ਜਹਾਜ਼ ਡੁੱਬਣ ਵਾਲਾ ਹੋ ਗਿਆ। ਉੱਥੇ ਉਹਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਮਹਾਰਾਜ
ਜਿੱਥੇ ਔਕੜ ਗਲੀਆਂ ਭੀੜੀਆਂ ਤਿੱਥੇ ਹਰ ਹਰ ਮੁਕਤ ਕਰਾਹੇ। ਇੱਥੇ ਹੁਣ ਮੇਰੀ ਜਾਨ ਬਚਾ ਸਕਦੇ ਹੋ ਤਾਂ ਸਿਰਫ ਤੁਸੀਂ ਬਚਾ ਸਕਦੇ, ਕਿਰਪਾ ਕਰੋ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹੁੰਚੇ ਤੇ ਜਾ ਕੇ ਡੁੱਬਦਾ ਹੋਇਆ ਭਾਈ ਮਾਨਸੁਖ ਸੇਠ ਦਾ ਜਹਾਜ਼ ਬੰਨੇ ਲਾਇਆ। ਉਹਦਾ ਜਹਾਜ਼ ਬੰਨੇ ਲਾ ਕੇ ਮਹਾਰਾਜ ਵਾਪਸ ਆਏ। ਸ੍ਰੀ ਨਨਕਾਣਾ ਸਾਹਿਬ ਉਦੋਂ ਆਪਣੇ ਘਰ ਆਏ ਹੋਏ ਸਨ, ਸਤਿਗੁਰੂ ਮਾਤਾ ਤ੍ਰਿਪਤਾ ਜੀ ਦੇ ਕੋਲ। ਤੋ ਖਾਲਸਾ ਜੀ ਸਤਿਗੁਰੂ ਤੋਂ ਬਿਨਾ ਹੋਰ ਕਿਹੜੇ ਪੱਥਰ ਦੀ ਪੂਜਾ ਕਰਦੇ ਹੋ? ਸਤਿਗੁਰੂ ਜਾਗਦਾ ਹੈ ਦੇਵ, ਸਤਿਗੁਰੂ ਜਾਗਦਾ ਦੇਵਤਾ ਹੈ, ਹਾਜ਼ਰ ਨਾਜ਼ਰ ਹੈ। ਉਹਨੂੰ ਛੱਡ ਕੇ ਤੁਸੀਂ ਪੱਥਰਾਂ ਦੀ ਪੂਜਾ ਕਰੋਗੇ ਤੇ ਮਹਾਰਾਜ ਕਹਿੰਦੇ ਆ ਵੀ ਜਦੋਂ ਕੋਈ ਮੁਸੀਬਤ ਪਏਗੀ ਉਹ ਤੇਰੀ ਜਾਨ ਨਹੀਂ ਬਚਾਣਗੇ। ਕੌਣ ਭਰੋਸ ਭਇਆ ਇਹ ਕਹੋ ਭੀਰ ਭਰੀ ਨਹਿ ਆਨ ਬਚੈ ਹੈ। ਕੋਈ ਮੁਸੀਬਤ ਪੈ ਗਈ ਤੇ ਪੱਥਰ ਨੇ ਤੈਨੂੰ ਆ ਕੇ ਨਹੀਂ ਬਚਾਉਣਾ, ਗੁਰੂ ਨੇ ਬਚਾਉਣਾ ਹੈ। ਇਸ ਕਰਕੇ ਪੂਰੇ ਗੁਰੂ ਦੇ ਲੜ ਲੱਗਣਾ ਕਰ। ਜਾਨ ਰੇ ਜਾਨ ਅਜਾਨ ਹਠੀ। ਇਹ ਅਣਜਾਣ ਜੀਵ ਜਾਣ ਰੇ ਜਾਣ, ਇਹ ਗੱਲ ਜਾਣ ਲੈ ਸਮਝ ਲੈ ਚੰਗੀ ਤਰ੍ਹਾਂ। ਹੱਠ ਛੱਡ ਦੇ ਆਪਣਾ, ਜਿੱਦ ਛੱਡ ਦੇ। ਪੱਥਰਾਂ ਦੀ ਪੂਜਾ ਦੀ ਜਿਹੜੀ ਜਿੱਦ ਫੜੀ ਬੈਠਾ, ਬਹੁਤੇ ਲੋਕ ਅਗਿਆਨਤਾ ਵਸ ਇੱਕੋ ਹੀ ਕੰਮ ਜਿੱਦ ਨਾਲ ਹੀ ਕਰੀ ਜਾਂਦੇ, ਹੱਠ ਨਾਲ ਹੀ ਕਰੀ ਜਾਂਦੇ ਵੀ ਸਾਡੇ ਧਰਮ ਹੈ ਜੀ ਅਸੀਂ ਤਾਂ ਨਹੀਂ ਛੱਡਣਾ। ਧਰਮ ਕੋਈ ਵੀ ਹੈ ਉਹ ਬੰਦੇ ਦੇ ਭਲੇ ਵਾਸਤੇ ਮਹਾਂਪੁਰਸ਼ਾਂ ਨੇ ਬਣਾਇਆ। ਜੇ ਬੁਰਾ ਕਰਨ ਲੱਗ ਜਾਵੇ ਉਹ ਕਾਹਦਾ ਧਰਮ ਹੈ? ਮਹਾਰਾਜ ਕਹਿੰਦੇ, ਕਲਗੀਧਰ ਪਾਤਸ਼ਾਹ ਕਹਿੰਦੇ ਇਹ ਪੱਥਰਾਂ ਦੀ ਪੂਜਾ ਜਿਹੜੀ ਹੈ ਇਹ ਹੱਠ ਨਾਲ ਕਰੀ ਜਾਂਦਾ, ਧੱਕੇ ਨਾਲ ਹੀ। ਇਹ ਹੱਠ ਛੱਡ ਕੇ ਸੱਚ ਨੂੰ ਜਾਣ ਲੈ। ਪ੍ਰਮਾਤਮਾ ਤੇਰੇ ਅੰਦਰ ਹੈ, ਉਹਨੂੰ ਪਛਾਣ ਲੈ। ਇਹ ਫੋਕਟ ਧਰਮ ਸੋ ਭਰਮ ਗਵੈ ਹੈ। ਇਹ ਜਿਹੜਾ ਫੋਕਟ ਧਰਮ ਕਰ ਰਿਹਾ ਹੈ ਇਹ ਭਰਮ ਦੇ ਵਿੱਚ ਪੈ ਕੇ ਤੂੰ ਕਰ ਰਿਹਾ ਹੈ। ਇਹਦੇ ਨਾਲ ਤੇਰਾ ਬਹੁਤ ਨੁਕਸਾਨ ਹੋ ਰਿਹਾ, ਬਹੁਤ ਕੁਝ ਤੇਰਾ ਗਵਾ ਹੈ, ਗਵਾਚ ਰਿਹਾ ਹੈ। ਸਮਾਂ ਵੀ ਤੇਰਾ ਖਰਾਬ ਹੋ ਰਿਹਾ ਹੈ, ਤੇਰੇ ਅੰਦਰ ਦੀ ਜਿਹੜੀ ਸ਼ਾਂਤੀ ਹੈ ਉਹ ਵੀ ਗਵਾਚ ਰਹੀ ਹੈ, ਤੇਰਾ ਮਨੁੱਖਾ ਜੀਵਨ ਵੀ ਖਰਾਬ ਹੋ ਰਿਹਾ ਹੈ। ਜਾਲ ਬੱਧੇ ਸਭ ਹੀ ਮ੍ਰਿਤ ਕੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਮਹਾਰਾਜ ਕਹਿੰਦੇ ਸਾਰੀ ਦੁਨੀਆ ਮੌਤ ਦੇ ਜਾਲ 'ਚ ਫਸੀ ਹੋਈ ਹੈ। ਜਿਵੇਂ ਮੱਛੀਆਂ ਨੂੰ ਫੜਨ ਵਾਸਤੇ ਜਾਲ ਪਾਇਆ ਹੁੰਦਾ ਤੇ ਉਹਦੇ 'ਚ ਮੱਛੀਆਂ ਆਪੇ ਹੀ ਫਸ ਜਾਂਦੀਆਂ, ਇਸੇ ਤਰ੍ਹਾਂ ਇਹ ਸੰਸਾਰੀ ਦੁਨੀਆ ਨੂੰ, ਸਾਰੇ ਸੰਸਾਰ ਨੂੰ ਕਾਲ ਦਾ ਜਾਲ ਪਿਆ ਹੋਇਆ, ਮੌਤ ਦਾ ਜਾਲ ਪਿਆ ਹੋਇਆ। ਕੋਈ ਬਾਂਹ ਖੜੀ ਕਰਕੇ ਕਹਿ ਸਕਦਾ ਕਿ ਮੈਨੂੰ ਮੌਤ ਨਹੀਂ ਆਉਣੀ, ਮੈਂ ਮਰਨਾ ਕੋਈ ਨਹੀਂ? ਨਹੀਂ ਕਹਿ ਸਕਦਾ। ਕਲਗੀਧਰ ਪਾਤਸ਼ਾਹ ਕਹਿੰਦੇ ਇਸ ਧਰਤੀ ਦੇ ਉੱਤੇ ਜਿਹੜਾ ਵੀ ਆਇਆ ਉਹਨੇ ਮਰਨਾ ਜ਼ਰੂਰ ਹੈ। ਜਾਲ ਬੱਧੇ ਸਭ ਹੀ ਮਿਰਤ ਕੇ, ਸਾਰੇ ਮੌਤ ਦੇ ਜਾਲ ਵਿੱਚ ਬੱਧੇ ਹੋਏ ਹਨ। ਰਾਮ ਰਸੂਲ ਨਾ ਬਾਚਨ ਪਾਏ। ਕੋਈ ਰਾਮ ਹੋਵੇ ਭਾਵੇਂ ਰਸੂਲ ਹੋਵੇ, ਮੁਸਲਮਾਨਾਂ ਦਾ ਪੈਗੰਬਰ ਹੋਵੇ ਤੇ ਭਾਵੇਂ ਹਿੰਦੂਆਂ ਦਾ ਹੋਵੇ, ਕੋ ਰਾਮ ਰਸੂਲ ਨਾ ਬਾਚਨ ਪਾਏ। ਮਹਾਰਾਜ ਕਹਿੰਦੇ ਨਾ ਕੋਈ ਰਾਮ ਬਚਿਆ ਤੇ ਨਾ ਕੋਈ ਰਸੂਲ ਬਚਿਆ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹ ਤਾਂ ਸੁਪਨੇ ਦੀ ਖੇਡ ਹੈ। ਜਿਤੇ ਰਾਮ ਹੋਏ ਸਭੈ ਅੰਤ ਮੂਏ। ਜਿੰਨੇ ਰਾਮ ਹੋਏ ਨੇ ਸਾਰੇ ਚਲੇ ਗਏ ਨੇ। ਰਾਮ ਜ਼ਿਆਦਾ ਹੋਏ ਨੇ? ਹਾਂ, ਰਾਮ ਕਈ ਹੋਏ ਨੇ। ਸਾਧ ਸੰਗਤ ਜੀ, ਰਾਮ ਪਰਸਰਾਮ ਨੂੰ ਵੀ ਕਹਿੰਦੇ ਹਨ। ਬਹੁਤ ਸਾਰੇ ਗ੍ਰੰਥਾਂ ਵਿੱਚ ਪਰਸਰਾਮ ਵਾਸਤੇ ਰਾਮ ਸ਼ਬਦ ਵਰਤਿਆ। ਹਨੂਮਾਨ ਨਾਟਕ ਵਿੱਚ ਵੀ ਉਹਦੇ ਲਈ ਰਾਮ ਸ਼ਬਦ ਵਰਤਿਆ ਗਿਆ। ਪੁਰਾਣੇ ਕਈ ਗ੍ਰੰਥਾਂ ਦੇ ਵਿੱਚ ਪਰਸਰਾਮ ਨੂੰ ਰਾਮ ਲਿਖਿਆ ਹੈ। ਦੂਸਰੇ ਰਾਮ ਭਗਵਾਨ ਸ੍ਰੀ ਰਾਮਚੰਦਰ ਦਸ਼ਰਥ ਦੇ ਬੇਟੇ ਹੋਏ ਨੇ, ਉਹਨਾਂ ਨੂੰ ਵੀ ਰਾਮ ਕਹਿੰਦੇ ਹਨ। ਤੀਸਰੇ ਰਾਮ ਭਗਵਾਨ ਕ੍ਰਿਸ਼ਨ ਜੀ ਦੇ ਵੱਡੇ ਭਰਾਤਾ ਬਲਰਾਮ ਜੀ ਨੂੰ ਵੀ ਰਾਮ ਕਹਿੰਦੇ ਹਨ। ਕਈ ਗ੍ਰੰਥਾਂ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਨੂੰ ਵੀ ਰਾਮ ਦੇ ਅਰਥਾਂ ਵਿੱਚ ਲਿਖਿਆ ਗਿਆ ਹੈ ਤੇ ਕਈ ਗ੍ਰੰਥਾਂ ਦੇ ਵਿੱਚ ਰਾਮ ਦੇ ਅਰਥ
ਵਿਸਥਾਰ ਨਾਲ ਰਮਿਆ ਹੋਇਆ ਭਗਵਾਨ ਪਰਮੇਸ਼ਰ ਵੀ ਕੀਤੇ ਹਨ। ਗੁਰਬਾਣੀ 'ਚ ਰਾਮ ਦਾ ਅਰਥ ਰਮਿਆ ਹੋਇਆ ਪਰਿਪੂਰਨ ਪਰਮਾਤਮਾ ਹੈ। ਪਰ ਇੱਥੇ ਮਹਾਰਾਜ ਕਹਿੰਦੇ ਵੀ ਦੇਹ ਕਰਕੇ ਜਿੰਨੇ ਰਾਮ ਆਏ ਹਨ, ਭਾਵੇਂ ਉਹ ਪਰਸਰਾਮ ਹੈ, ਭਾਵੇਂ ਸ੍ਰੀ ਰਾਮਚੰਦਰ ਨੇ, ਭਾਵੇਂ ਬਲਰਾਮ ਹੈ, ਸਭੈ ਅੰਤ ਮੂਏ, ਅੰਤ ਨੂੰ ਸਰੀਰ ਕਰਕੇ ਉਹ ਚਲਾਣਾ ਕਰ ਗਏ ਹਨ, ਖਤਮ ਹੋ ਗਏ। ਰਸੂਲ ਦਾ ਮਤਲਬ ਹੈ ਜੋ ਖੁਦਾ ਤੱਕ ਪਹੁੰਚ ਰੱਖਦਾ ਹੋਵੇ, ਅੱਲਾ ਤੱਕ ਜਿਹਦੀ ਪਹੁੰਚ ਹੋਵੇ, ਔਰ ਅੱਲਾ ਦਾ ਸੰਦੇਸ਼ ਜਿਸ ਨੇ ਦੁਨੀਆ ਦੇ ਵਿੱਚ ਪਹੁੰਚਾਇਆ ਹੋਵੇ। ਹਜ਼ਰਤ ਮੁਹੰਮਦ ਸਾਹਿਬ ਨੂੰ ਰਸੂਲ ਅੱਲਾ ਕਹਿੰਦੇ ਹਨ ਕਿ ਖੁਦਾ ਦਾ, ਅੱਲਾ ਦਾ, ਵਾਹਿਗੁਰੂ ਦਾ, ਪਰਮਾਤਮਾ ਦਾ ਜੋ ਮੈਸੇਜ ਸੀਗਾ ਉਹ ਉਹਨਾਂ ਨੇ ਦੁਨੀਆ ਤੱਕ ਪਹੁੰਚਾਇਆ। ਦੁਨੀਆ ਨੂੰ ਦੱਸਿਆ ਵੀ ਤੁਸੀਂ ਅੱਲਾ ਦੀ ਬੰਦਗੀ ਕਰੋ, ਤੁਸੀਂ ਨੇਕ ਇਨਸਾਨ ਬਣੋ, ਨਮਾਜ਼ ਪੜ੍ਹੋ, ਰੋਜ਼ੇ ਰੱਖੋ, ਜੋ ਚੰਗੇ ਕੰਮ ਦੱਸੇ। ਇਸ ਕਰਕੇ ਉਹਨਾਂ ਨੂੰ ਕਹਿੰਦੇ ਰਸੂਲ ਅੱਲਾ, ਅੱਲਾ ਦਾ ਰਸੂਲ ਹੈ। ਪਰ ਉਹ ਵੀ ਇਸ ਦੁਨੀਆ ਤੋਂ 63 ਸਾਲ ਦੀ ਉਮਰ ਵਿੱਚ ਚਲੇ ਗਏ। ਸ੍ਰੀ ਭਗਵਾਨ ਰਾਮਚੰਦਰ ਜੀ ਵੀ ਚਲੇ ਗਏ ਤੇ ਹਜ਼ਰਤ ਮੁਹੰਮਦ ਸਾਹਿਬ ਰਸੂਲ ਉਹ ਵੀ ਚਲੇ ਗਏ। ਹੋਰ ਵੀ ਜਿਹੜੇ ਪੈਗੰਬਰ ਹੋਏ ਨੇ, ਕੋਈ ਵੀ ਸਰੀਰ ਕਰਕੇ ਨਹੀਂ ਬਚਿਆ। ਕੋ ਰਾਮ ਰਸੂਲ ਨਾ ਬਾਚਨ ਪਾਏ। ਮਹਾਰਾਜ ਕਹਿੰਦੇ ਮੌਤ ਨੇ ਸਾਰਿਆਂ ਨੂੰ ਖਾ ਲਿਆ, ਕੋਈ ਵੀ ਸੰਸਾਰ ਵਿੱਚ ਦੇਹ ਕਰਕੇ ਨਹੀਂ ਰਿਹਾ ਸਦਾ ਲਈ। ਦਾਨਵ ਦੇਵ ਫਨਿੰਦ ਧਰਾ ਧਰ। ਦਾਨਵ ਰਾਖਸ਼ ਔਰ ਦੇਵਤੇ, ਚੰਗੇ ਔਰ ਮਾੜੇ, ਫਨਿੰਦ ਕਹਿੰਦੇ ਵੱਡੇ ਵੱਡੇ ਨਾਗ ਫਣਾਂ ਵਾਲੇ, ਧਰਾ ਧਰ ਬੜੇ ਬੜੇ ਵੱਡੇ ਧਰਤੀ ਦੇ ਉੱਤੇ ਉੱਚੇ ਉੱਚੇ ਪਹਾੜ ਹੋ ਕੇ ਖਤਮ ਹੋ ਗਏ ਨੇ। ਭੂਤ ਭਵਿੱਖ ਉਪਾਏ ਮਿਟਾਏ। ਭੂਤ ਕਾਲ ਦੇ ਵਿੱਚ ਤੇ ਭਵਿੱਖ ਕਾਲ ਦੇ ਵਿੱਚ, ਭੂਤ ਕਾਲ ਜਿਹੜੇ ਹੋਏ ਨੇ ਉਹ ਮਿਟ ਗਏ ਨੇ, ਜਿਹੜੇ ਭਵਿੱਖ 'ਚ ਹੋਣੇ ਨੇ ਉਹ ਵੀ ਮਿਟ ਜਾਣੇ ਨੇ। ਨਿਯਮ ਇੱਕੋ ਜਿਹਾ ਹੀ ਹੈ। ਇਹ ਨਹੀਂ ਵੀ ਪਿਛਲੇ ਮਰੇ ਨੇ, ਆਉਣ ਵਾਲੇ ਨਹੀਂ ਮਰਨਗੇ, ਕਹਿੰਦੇ ਆਉਣ ਵਾਲੇ ਵੀ ਮਰਨਗੇ। ਜਿੰਨਾ ਵੀ ਸੰਸਾਰ ਹੈ ਉਹਦੇ ਲਈ ਕਾਲ ਦਾ ਨਿਯਮ ਅਟੱਲ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਭ ਕਾਲ ਦੀ ਖੇਡ ਹੈ। ਅੰਤ ਮਰੈ ਪਛਤਾਏ ਪ੍ਰਿਥੀ ਪਰ। ਅੰਤ ਨੂੰ ਇਸ ਪ੍ਰਿਥੀ ਤੇ ਜਿੰਨੇ ਵੀ ਹੋਏ ਨੇ ਸਾਰੇ ਪਛਤਾ ਕੇ ਮਰ ਗਏ ਨੇ, ਖਤਮ ਹੋ ਗਏ ਨੇ। ਜਗ ਮੈਂ ਅਵਤਾਰ ਕਹਾਏ। ਜਿਹੜੇ ਜਗਤ ਦੇ ਵਿੱਚ ਅਵਤਾਰ ਕਹਾਉਂਦੇ ਨੇ ਉਹ ਅਵਤਾਰ ਹੋ ਕੇ ਮਿਟ ਜਾਂਦੇ ਨੇ। ਬੜੇ ਬੜੇ ਵੱਡੇ ਆਪਣੇ ਆਪ ਨੂੰ ਅਵਤਾਰ ਕਹਾਉਂਦੇ ਰਹੇ ਵੀ ਅਸੀਂ ਅਵਤਾਰ ਹਾਂ, ਪਰਮਾਤਮਾ ਦੇ ਪੁੱਤਰ ਹਾਂ, ਅਸੀਂ ਰੱਬ ਦੇ ਅਵਤਾਰ ਹਾਂ। ਪਰ ਮਹਾਰਾਜ ਕਹਿੰਦੇ ਕਹਾਣ ਵਾਲੇ ਕਹਾ ਕੇ ਚਲੇ ਗਏ। ਕੋਈ ਵੀ ਇੱਥੇ ਰੱਬ ਦਾ ਪੁੱਤਰ ਬਣ ਕੇ ਵੀ ਸਦਾ ਨਹੀਂ ਰਹਿ ਸਕਿਆ, ਅਵਤਾਰ ਬਣ ਕੇ ਵੀ ਸਦਾ ਨਹੀਂ ਰਹਿ ਸਕਿਆ। ਜਿੰਨੇ ਵੀ ਅਵਤਾਰ ਹੋਏ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ 24 ਅਵਤਾਰਾਂ ਦੀ ਕਥਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੈ। ਸਾਰੇ ਅਵਤਾਰ ਜਿਹੜੇ ਹਿੰਦੂ ਧਰਮ ਦੇ ਹੋਏ ਨੇ ਉਹਨਾਂ ਦੀ ਕਥਾ ਵੀ ਲਿਖੀ ਹੈ, ਜਿਹੜੇ ਬੌਧ ਜੈਨੀਆਂ ਦੇ ਹੋਏ ਨੇ ਉਹਨਾਂ ਦੀ ਵੀ ਲਿਖੀ ਹੈ। ਪਰ ਇੱਕ ਗੱਲ ਮਹਾਰਾਜ ਨੇ ਬੜੇ ਸਪਸ਼ਟ ਸ਼ਬਦਾਂ 'ਚ ਉਹਨਾਂ ਗ੍ਰੰਥ ਦੀ 24 ਅਵਤਾਰ ਦੀ ਭੂਮਿਕਾ 'ਚ ਲਿਖ ਦਿੱਤੀ ਹੈ। ਦਸਵੇਂ ਪਾਤਸ਼ਾਹ ਕਹਿੰਦੇ ਜੇ 24 ਅਵਤਾਰ ਕਹਾਏ, ਜਿਹੜੇ 24 ਅਵਤਾਰ ਕਹਾਉਂਦੇ ਆਪਣੇ ਆਪ ਨੂੰ, ਤਿਨ ਵੀ ਤੁਮ ਪ੍ਰਭ ਤਨਕ ਨਾ ਪਾਏ। ਉਹਨਾਂ ਨੇ ਵੀ ਪਰਮਾਤਮਾ ਦਾ ਤਨਕ ਮਾਤਰ ਵੀ ਭੇਦ ਨਹੀਂ ਪਾਇਆ। ਇੱਕ ਰੋਮ ਜਿੰਨਾ ਵੀ ਪਰਮੇਸ਼ਰ ਦਾ ਭੇਦ ਉਹਨਾਂ ਨੂੰ ਨਹੀਂ ਆਇਆ। ਉਹ ਵੀ ਇਸ ਸੰਸਾਰ ਤੇ ਹੋ ਕੇ ਚਲੇ ਗਏ। ਅੰਤ ਮਰੈ ਪਛਤਾਏ ਪ੍ਰਿਥੀ ਪਰ। ਇਸ ਧਰਤੀ ਤੇ ਰਾਜ ਕਰਕੇ ਅੰਤ ਨੂੰ ਇਸੇ ਧਰਤੀ ਤੇ ਮਰ ਗਏ, ਖਤਮ ਹੋ ਗਏ, ਪਛਤਾ ਕੇ ਗਏ ਸੰਸਾਰ ਤੋਂ। ਜੇ ਜਗ ਮੈਂ ਅਵਤਾਰ ਕਹਾਏ, ਜਿਹੜੇ ਆਪਣੇ ਆਪ ਨੂੰ ਅਵਤਾਰ ਕਹਾਉਂਦੇ ਸੀ, ਰੱਬ ਦਾ ਰੂਪ ਕਹਾਉਂਦੇ ਸੀਗੇ, ਪੂਜਾ ਕਰਾਉਂਦੇ ਸੀ ਵੀ ਅਸੀਂ ਰੱਬ ਦੇ ਅਵਤਾਰ ਹਾਂ, ਅਸੀਂ ਰੱਬ ਹਾਂ, ਉਹ ਵੀ ਮਰ ਗਏ। ਮਨ ਲੈਲ ਅਕੇਲ ਹੀ ਕਾਲ ਕੇ। ਲੈਲ ਕਹਿੰਦੇ ਚੰਚਲ ਨੂੰ, ਹੇ ਮੇਰੇ ਚੰਚਲ ਮਨ, ਤੂੰ ਵੀ ਨਹੀਂ ਰਹਿਣਾ। ਜੇ ਐਡੇ ਐਡੇ ਅਵਤਾਰੀ ਪੁਰਸ਼ ਨਹੀਂ ਰਹੇ, ਤੂੰ ਕੀ ਚੀਜ਼ ਹੈ? ਤੂੰ ਵੀ ਪਾਣੀ ਦਾ ਬੁਲਬੁਲਾ ਹੈ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਇਹ ਤਾਂ ਖੇਡ ਹੈ। ਫਿਰ ਤੂੰ ਕਿਉਂ ਨਹੀਂ ਉਸ ਅਕਾਲ ਪੁਰਖ ਦੇ ਪੈਰ ਫੜਦਾ? ਰੇ ਮਨ ਲੇਲ ਲੈਲ
ਚੰਚਲ ਇਕੇਲ ਹੀ ਕਾਲ ਕੇ। ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਪੈਰ ਫੜਨੇ ਚਾਹੀਦੇ, ਤੂੰ ਕਿਉਂ ਨਹੀਂ ਫੜਦਾ? ਲਾਗਤ ਕਾਹੇ ਨ ਪਾਇਨ ਧਾਏ। ਕਿਉਂ ਨਹੀਂ ਜਾ ਕੇ ਧਾ ਕੇ ਦੌੜ ਕੇ ਪ੍ਰਭੂ ਦੇ ਚਰਨ ਫੜ ਲੈਂਦਾ? ਭਾਵ ਪਰਮੇਸ਼ਰ ਦੇ ਚਰਨੀ ਲੱਗ ਜਾ, ਤੇਰਾ ਇਸੇ ਜੀ ਭਲਾ ਹੈ, ਤੇਰਾ ਇਹਦੇ ਜੀ ਉਧਾਰ ਹੈ। ਤੂੰ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦੇ, ਆਪਣੀ ਹਉਮੈ ਦੀ ਢਿਠਾਈ ਛੱਡ ਦੇ, ਨਿਮਾਣਾ ਹੋ ਕੇ ਵਾਹਿਗੁਰੂ 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 ਜਪ, ਤੇਰਾ ਭਲਾ ਹੋ ਜਾਏਗਾ। ਕਾਲ ਹੀ ਪਾਏ ਭਇਓ ਬ੍ਰਹਮਾ। ਕਹਿੰਦੇ ਕਾਲ ਪਾਏ ਬ੍ਰਹਮਾ ਬੱਪ ਧਰਾ। ਹੁਣ ਮਹਾਰਾਜ ਉਹਦੀ ਵਿਆਖਿਆ ਕਰ ਰਹੇ ਨੇ, ਕਾਲ ਹੀ ਪਾਏ ਭਇਓ ਬ੍ਰਹਮਾ। ਬ੍ਰਹਮਾ ਦੀ ਉਮਰ ਕਿੰਨੀ ਹੈ ਖਾਲਸਾ ਜੀ? ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ। ਕਲਯੁਗ ਦੀ ਉਮਰ ਹੈ 4,32,000 ਸਾਲ। 4,32,000 ਵਰੇ ਇਹ ਕਲਯੁਗ ਦੀ ਆਯੂ ਹੈ। ਦੁਆਪਰ ਦੀ ਇਸ ਤੋਂ ਦੁੱਗਣੀ ਹੈ, 8,64,000 ਸਾਲ। ਤ੍ਰੇਤੇ ਦੀ ਤਿੱਗਣੀ ਹੈ ਤੇ ਸਤਜੁਗ ਦੀ ਕਲਯੁਗ ਨਾਲੋਂ ਚੌਗਣੀ ਹੈ। ਤੇ ਚਾਰਾਂ ਯੁਗਾਂ ਦੀ ਮਿਲਾ ਕੇ 43 ਲੱਖ ਵਰੇ ਬਣਦੇ। 43 ਲੱਖ ਸਾਲਾਂ ਦੀ ਇੱਕ ਚੌਂਕੜੀ ਹੁੰਦੀ ਹੈ। ਐਸੀਆਂ 1000 ਚੌਂਕੜੀਆਂ ਬੀਤ ਜਾਣ, ਐਸੀਆਂ 1000 ਚੌਂਕੜੀਆਂ 43 ਲੱਖ ਸਾਲ ਨੂੰ 1000 ਨਾਲ ਹੋਰ ਗੁਣਾ ਕਰ ਲਓ, ਇੰਨੇ ਸਾਲ ਬੀਤ ਜਾਣ। ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ ਤੇ ਇੰਨੇ ਸਾਲਾਂ ਦੀ ਬ੍ਰਹਮਾ ਦੀ ਰਾਤ ਹੁੰਦੀ ਹੈ। ਔਰ ਜਦੋਂ ਇਦਾਂ ਦੇ 24 ਘੰਟਿਆਂ ਦੇ 365 ਦਿਨ ਹੋ ਜਾਣ ਤੇ ਬ੍ਰਹਮੇ ਦਾ 1 ਸਾਲ ਹੁੰਦਾ ਹੈ। ਔਰ ਜਦੋਂ ਇਹੋ ਜਿਹੇ 365 ਸਾਲ ਹੋ ਜਾਣ ਤੇ ਬ੍ਰਹਮਾ ਦਾ 100 ਸਾਲ ਹੁੰਦਾ ਹੈ ਤੇ ਉਦੋਂ ਬ੍ਰਹਮਾ ਮਰ ਜਾਂਦਾ ਹੈ। ਕਾਲ ਪਾਏ ਬ੍ਰਹਮਾ ਬੱਪ ਧਰਾ, ਮਰ ਜਾਂਦਾ, ਖਤਮ ਹੋ ਜਾਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਐਡੀ ਵੱਡੀ ਉਮਰ ਵਾਲਾ ਵੀ ਨਹੀਂ ਬਚਣਾ। ਤੁਸੀਂ ਕੀ ਚੀਜ਼ ਹੋ? ਤੁਸੀਂ ਤਾਂ ਮੱਛਰ ਵਰਗੇ ਹੋ। ਜਿਵੇਂ ਮੱਛਰ ਸਾਡੇ ਸਾਹਮਣੇ ਜੰਮਦਾ, ਸਾਡੇ ਸਾਹਮਣੇ ਹਫ਼ਤੇ 'ਚ ਹੀ ਮਰ ਜਾਂਦਾ ਹੈ। ਸਾਡੀ ਉਮਰ 100 ਸਾਲ ਦੀ ਹੈ, ਮੱਛਰ ਦੀ ਹਫ਼ਤੇ ਦੀ ਹੈ। ਇੱਦਾਂ ਹੀ ਸਾਡੇ ਤੋਂ ਵੱਡਾ ਬਹੁਤ ਕੁਝ ਹੈ, ਬਹੁਤ ਕੁਝ ਹੈ ਜੋ ਕਿ ਬੀਤ ਜਾਂਦੇ ਆ। ਸ੍ਰੀ ਕਲਗੀਧਰ ਕਹਿੰਦੇ ਕਾਲ ਹੀ ਪਾਏ ਭਇਓ ਬ੍ਰਹਮਾ। ਬ੍ਰਹਮਾ ਵੀ ਕਾਲ ਦਾ ਬਣਾਇਆ ਹੋਇਆ ਹੈ। ਗਹਿ ਦੰਡ ਕਮੰਡਲ ਭੂਮ ਪਰਮਾਨਿਓ। ਉਹ ਬ੍ਰਹਮਾ ਜਿਹਨੇ ਹੱਥ ਵਿੱਚ ਕਮੰਡਲ ਪਕੜ ਕੇ, ਹੱਥ ਵਿੱਚ ਡੰਡਾ ਪਕੜ ਕੇ ਧਰਤੀ ਦਾ ਚੱਕਰ ਲਾਇਆ ਸੀ, ਭਿਕਸ਼ਾ ਮੰਗ ਕੇ ਗੁਜ਼ਾਰਾ ਕੀਤਾ ਸੀ, ਸਾਧੂਆਂ ਵਾਲਾ ਬ੍ਰਾਹਮਣਾਂ ਵਾਲਾ ਰੂਪ ਧਾਰਨ ਕੀਤਾ, ਉਹ ਬ੍ਰਹਮਾ ਵੀ ਏਡੀ ਲੰਮੀ ਉਮਰ ਤੋਂ ਬਾਅਦ ਮਰ ਜਾਂਦਾ ਹੈ। ਕਾਲ ਹੀ ਪਾਏ ਸਦਾ ਸਿਵਜੂ। ਔਰ ਜਿਹੜਾ ਸ਼ਿਵ ਜੀ ਹੈ, ਕਾਲ ਪਾਏ ਸ਼ਿਵਜੂ ਅਵਤਾਰਾ, ਉਹ ਵੀ ਕਾਲ ਦੇ ਅਨੁਸਾਰ ਹੀ ਪੈਦਾ ਹੋਇਆ ਤੇ ਉਹ ਵੀ ਸਦਾ ਨਹੀਂ ਰਹਿੰਦਾ। ਔਰ ਕਹਿੰਦੇ ਜਦੋਂ ਬ੍ਰਹਮਾ ਜੰਮ ਕੇ ਮਰ ਜਾਂਦਾ ਹੈ ਨਾ, ਤੁਸੀਂ ਉਮਰ ਤਾਂ ਸੁਣੀ ਲਈ ਹੈ ਕਿੰਨੀ ਹੈ, ਜਦੋਂ ਬ੍ਰਹਮਾ ਜੰਮ ਕੇ ਮਰ ਜਾਂਦਾ ਹੈ ਨਾ, ਸ਼ਿਵ ਜੀ ਦਾ ਇੱਕ ਦਿਨ ਬੀਤਦਾ ਹੈ। ਤੇ ਜਦੋਂ ਉਸ ਸ਼ਿਵ ਜੀ ਦੇ ਵੀ 100 ਸਾਲ ਪੂਰੇ ਹੁੰਦੇ ਆ ਤੇ ਵਿਸ਼ਨੂੰ ਦਾ ਇੱਕ ਦਿਨ ਬੀਤਦਾ ਹੈ। ਤੇ ਉਹ ਵਿਸ਼ਨੂੰ ਵੀ ਇੱਕ ਦਿਨ 100 ਸਾਲ ਪੂਰੇ ਕਰਕੇ ਮਰ ਜਾਂਦਾ ਹੈ। ਤੇ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਸਿਰਫ ਅੱਖ ਹੀ ਝਮਕਦੀ ਹੈ। ਪਰਮੇਸ਼ਰ ਦੀ ਮਾਇਆ ਅੱਖ ਝਮਕਦੀ ਹੈ, ਇੰਨੇ ਵਿੱਚ ਅਰਬਾਂ ਖਰਬਾਂ ਯੁੱਗ ਬੀਤ ਜਾਂਦੇ ਆ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹ ਜਿਹੜੀ ਕਲਾ ਵਰਤਦੀ ਹੈ ਪਰਮੇਸ਼ਰ ਦੀ ਮਾਇਆ ਦੀ, ਅੱਖ ਦੇ ਫੋਰ ਵਿੱਚ ਇੰਨਾ ਕੁਝ ਹੋ ਜਾਂਦਾ। ਸਤਿਗੁਰੂ ਕਹਿੰਦੇ ਕਿੱਡਾ ਵੱਡਾ ਹੈ ਬ੍ਰਹਮਾ
ਤੇ ਬ੍ਰਹਮੇ ਦੀ ਉਮਰ ਦੇ ਨਾਲੋਂ ਬਹੁਤ ਵੱਡੀ ਉਮਰ ਸ਼ਿਵ ਜੀ ਦੀ ਹੈ। ਉਹ ਵੀ ਕਾਲ ਦੇ ਅਧੀਨ ਹੈ, ਉਹ ਵੀ ਮਰ ਜਾਂਦਾ। ਕਾਲ ਹੀ ਪਾਏ ਸਦਾ ਸ਼ਿਵ ਜੂ, ਉਹ ਵੀ ਸ਼ਿਵ ਪੈਦਾ ਹੋਇਆ ਕਾਲ ਦੇ ਅਧੀਨ ਹੀ ਹੈ। ਸਭ ਦੇਸ ਬਦੇਸ ਭਇਆ ਹਮ ਜਾਣੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੰਸਾਰ ਵਿੱਚ ਬੜਾ ਪ੍ਰਸਿੱਧ ਹੈ। ਦੁਨੀਆ ਸ਼ਿਵ ਜੀ ਦੀ ਬਹੁਤ ਪੂਜਾ ਕਰਦੀ ਹੈ। ਥਾਂ ਥਾਂ ਦੇ ਉਹਦੇ ਮੰਦਿਰ ਬਣਾਏ ਹੋਏ ਨੇ, ਸ਼ਿਵਲਿੰਗ ਦੀ ਪੂਜਾ ਹੁੰਦੀ ਹੈ, ਸ਼ਿਵ ਜੀ ਦੇ ਸੱਪਾਂ ਦੀ ਪੂਜਾ ਹੁੰਦੀ ਹੈ। ਪਰੰਤੂ ਉਹ ਸ਼ਿਵ ਜੀ ਵੀ ਕਾਲ ਦੇ ਅਧੀਨ ਹੈ, ਕਾਲ ਤੋਂ ਉੱਪਰ ਨਹੀਂ ਹੈ। ਕਾਲ ਹੀ ਪਾਏ ਭਇਓ ਮਿਟ ਗਇਓ ਜਗ। ਮਹਾਰਾਜ ਕਹਿੰਦੇ ਜਗ ਕਾਲ ਦੇ ਨਾਲ ਹੀ ਪੈਦਾ ਹੋ ਕੇ ਕਾਲ ਦੇ ਵਿੱਚ ਹੀ ਮਿਟ ਜਾਂਦਾ ਹੈ। ਸੰਸਾਰ ਸਮੇਂ ਅਨੁਸਾਰ ਇਹ ਕਾਲ ਦੀ ਖੇਡ ਹੈ, ਟਾਈਮ ਦੀ ਖੇਡ ਹੈ। ਸਮੇਂ ਨਾਲ ਪੈਦਾ ਹੋਣਾ ਤੇ ਸਮੇਂ ਨਾਲ ਵਿਨਸ ਜਾਣਾ, ਇਹ ਕਾਲ ਪੁਰਖ ਦੀ ਰਚਨਾ ਹੈ। ਦਸਮ ਪਾਤਸ਼ਾਹ ਦੀ ਬਾਣੀ 'ਚ ਕਾਲ ਪੁਰਖ, ਅਕਾਲ ਪੁਰਖ ਇਹ ਸ਼ਬਦ ਆਉਂਦੇ ਆ। ਕਈ ਅੱਜ ਕੱਲ੍ਹ ਮਨਮਤੀਏ ਉਹ ਸ਼ੰਕਾ ਕਰਦੇ ਜੀ ਕਾਲ ਪੁਰਖ ਮਹਾਕਾਲ ਇਹ ਤਾਂ ਹਿੰਦੂਆਂ ਦੇ ਸ਼ਬਦ ਹਨ। ਖਾਲਸਾ ਜੀ ਇਵੇਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ, ਹਰੀ ਸ਼ਬਦ, ਮੁਰਾਰੀ ਸ਼ਬਦ ਪਰਮਾਤਮਾ ਵਾਸਤੇ ਆਏ ਨੇ, ਆਪਾਂ ਇਹ ਕੱਢ ਦਿਆਂਗੇ। ਇਹਨਾਂ ਦੀ ਫਿਲਾਸਫੀ ਸਮਝੋ। ਕਾਲ ਪੁਰਖ ਉਹ ਸਰੂਪ ਹੈ ਪਰਮੇਸ਼ਰ ਦਾ ਜਿਹੜਾ ਟਾਈਮ ਦੇ ਅੰਦਰ ਹਿਸਟਰੀ ਦੇ ਵਿੱਚ ਚੱਲਦਾ, ਪੈਦਾ ਹੋਣਾ, ਪਾਲਣਾ ਹੋਣੀ ਤੇ ਸੰਘਾਰ ਹੋਣਾ। ਮਹਾਕਾਲ ਉਹ ਹੈ ਜਿਹੜਾ ਉਸ ਸਾਰੇ ਬਣਾਏ ਹੋਏ ਪਸਾਰੇ ਨੂੰ ਖਾ ਜਾਂਦਾ ਹੈ, ਸਮੇਟ ਦਿੰਦਾ ਹੈ। ਅਰਬਦ ਨਰਬਦ ਧੁੰਦੂਕਾਰਾ ਤਰਨ ਗਗਨਾ ਹੁਕਮ ਅਪਾਰਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਅਰਬਦ ਨਰਬਦ ਜੁਗਾਂ ਤੱਕ ਧੁੰਦੂਕਾਰ ਰਿਹਾ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਹਾਕਾਲ ਰੂਪ ਹੋ ਕੇ ਕਾਲ ਨੂੰ ਵੀ ਖਾ ਜਾਂਦਾ ਹੈ। ਉਦੋਂ ਟਾਈਮ ਦੀ ਗੱਲ ਨਹੀਂ ਰਹਿੰਦੀ ਵੀ ਫਿਊਚਰ ਕੀ ਹੈ ਤੇ ਵਰਤਮਾਨ ਕੀ ਹੈ ਤੇ ਭੂਤ ਕੀ ਹੈ, ਕੋਈ ਗੱਲ ਨਹੀਂ, ਉਹ ਤੋਂ ਪਰੇ ਹੋ ਜਾਂਦੀ ਹੈ ਗੱਲ। ਆਖੋ ਸ੍ਰੀ ਵਾਹਿਗੁਰੂ। ਫਿਰ ਜਿਹੜਾ ਅਕਾਲ ਹੈ ਉਹ ਮਹਾਕਾਲ ਤੋਂ ਵੀ ਉੱਪਰ ਹੈ, ਭਾਵ ਉਹਦੇ ਵਿੱਚ ਮਹਾਕਾਲ ਦਾ ਸੰਕਲਪ ਵੀ ਸਮਾਪਤ ਹੋ ਜਾਂਦਾ ਤੇ ਅਕਾਲ 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 ਹੋ ਜਾਂਦਾ ਹੈ। ਦਸਮ ਪਾਤਸ਼ਾਹ ਸਰਬਲੋ ਪ੍ਰਕਾਸ਼ ਵਿੱਚ ਲਿਖਦੇ ਨੇ ਕਿ ਅਕਾਲ 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 ਜਪੈਂਗੇ। ਜੋ ਖਾਲਸਾ ਪੰਥ ਬਣਾਇਆ ਅਕਾਲ ਅਕਾਲ ਜਪਣ ਵਾਲਾ ਹੈ। ਅਕਾਲ ਦੀ ਫੌਜ ਹੈ, ਜਿੱਥੇ ਨਾ ਕਾਲ ਦਾ ਪਹਿਰਾ ਨਾ ਮਹਾਕਾਲ ਦਾ, ਉਸ ਤੋਂ ਵੀ ਉੱਪਰ ਜਾ ਕੇ ਅਕਾਲ ਸਰੂਪ ਹੋ ਜਾਂਦਾ ਹੈ। ਪਰ ਇਹ ਅਵਸਥਾ ਸਟੈਪ ਬਾਈ ਸਟੈਪ ਪਰਮੇਸ਼ਰ ਦੇ ਸਰੂਪ ਨੂੰ ਸਮਝਣ ਵਾਸਤੇ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਬੜਾ ਗਹਿਰਾ ਚਿੰਤਨ ਕਰਨਾ ਪੈਂਦਾ ਹੈ। ਸਤਿਗੁਰੂ ਕਹਿੰਦੇ ਆ ਕਾਲ ਹੀ ਪਾਏ ਭਇਓ ਮਿਟ ਗਿਓ ਜਗ। ਇਹ ਸੰਸਾਰ ਕਾਲ ਦੇ ਅਧੀਨ ਹੈ, ਕਾਲ ਦੇ ਨਾਲ ਪੈਦਾ ਹੋ ਕੇ ਕਾਲ ਦੇ ਵਿੱਚ ਹੀ ਮਿਟ ਜਾਂਦਾ ਹੈ। ਯਾਹੀ ਤੇ ਤਾਹੇ ਸਭੋ ਪਹਿਚਾਨੇ। ਇਸ ਕਰਕੇ ਅਸੀਂ ਸਾਰੇ ਪਾਸੇ ਉਸ ਕਾਲ ਨੂੰ ਪਹਿਚਾਨ ਲਿਆ ਹੈ ਕਿ ਹਰ ਚੀਜ਼ ਕਾਲ ਦੇ ਅਧੀਨ ਹੈ। ਵੇਦ ਕਤੇਬ ਕੇ ਭੇਦ ਸਭੈ ਤਜ। ਇਸੇ ਕਰਕੇ ਅਸੀਂ ਵੇਦਾਂ ਕਤੇਬਾਂ ਦੇ ਜਿਹੜੇ ਭੇਦ ਹਨ, ਮਤ ਮਤਾਂਤਰਾਂ ਦੇ ਜਿਹੜੇ ਝਗੜੇ ਹਨ, ਉਹ ਸਾਰੇ ਛੱਡ ਦਿੱਤੇ ਹਨ। ਵੇਦਾਂ ਵਾਲੇ ਕੁਝ ਹੋਰ ਕਹਿੰਦੇ ਆ, ਕਤੇਬਾਂ ਵਾਲੇ ਕੁਝ ਹੋਰ ਕਹਿੰਦੇ ਆ। ਔਰ ਸ੍ਰਿਸ਼ਟੀ ਦੀ ਰਚਨਾ ਬਾਰੇ ਵੀ ਭਿੰਨ ਭਿੰਨ ਪ੍ਰਕਾਰ ਦੇ ਮਤ ਲੋਕਾਂ ਨੇ ਦਿੱਤੇ ਹੋਏ ਆ। ਪੁਰਾਣ ਵਾਲੇ ਹੋਰ, ਕੁਰਾਨ ਵਾਲੇ ਹੋਰ ਕਹਿੰਦੇ ਆ। ਵੇਦਾਂ ਵਿੱਚ ਵੀ ਵੱਖ-ਵੱਖ ਵਿਚਾਰਾਂ ਦਿੱਤੀਆਂ ਹੋਈਆਂ ਨੇ। ਔਰ ਸਾਧ ਸੰਗਤ ਜੀ ਅੱਜ ਕੱਲ੍ਹ ਜਿਹੜੇ ਸਾਇੰਸਦਾਨ ਹਨ ਇਹ ਵੀ ਨਿੱਤ ਨਵੀਂ ਥਿਊਰੀ ਦਿੰਦੇ ਹੈ। ਇਹ ਵੀ ਪੱਕੀ ਗੱਲ ਨਹੀਂ ਕੋਈ ਦੱਸਦੇ। ਨਿਸ਼ਚਿਤ ਤੌਰ ਤੇ ਵੀ ਇੱਦਾਂ ਹੀ ਹੋਇਆ ਸੀ। 50 ਸਾਲ ਬਾਅਦ ਇਹਨਾਂ ਦੀ ਥਿਊਰੀ ਵੀ ਬਦਲ ਜਾਂਦੀ ਹੈ, ਹੋਰ ਕੁਝ ਕਹਿਣ ਲੱਗ ਜਾਂਦੇ। ਪਹਿਲਾਂ ਕੁਝ ਹੋਰ ਲਿਖਦੇ ਆ, ਫਿਰ 150 ਸਾਲ ਬਾਅਦ ਨਵੀਂ ਰਿਸਰਚ ਕਰਕੇ ਕਹਿੰਦੇ ਨਹੀਂ ਇੱਦਾਂ ਨਹੀਂ ਇੱਦਾਂ ਹੈ। ਪੂਰੀ ਗੱਲ ਨੂੰ ਇਹ ਵੀ ਨਹੀਂ ਜਾਣਦੇ। ਇਹਨਾਂ 'ਚ ਸਾਰਿਆਂ 'ਚ ਫਰਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਸੀਂ ਸਾਰੇ ਫਰਕ ਛੱਡ ਦਿੱਤੇ, ਸਾਰੇ ਝਗੜੇ ਤਿਆਗ ਕੇ ਅਸੀਂ ਇਹ ਸਮਝ ਲਿਆ ਹੈ ਕਿ ਸਭ ਕਾਲ ਪੁਰਖ ਦੀ ਆਪਣੀ ਖੇਡ ਹੈ। ਉਹਦਾ ਭੇਦ ਨਾ ਕੋਈ ਪਾ ਸਕਦਾ ਤੇ ਨਾ ਕੋਈ ਪਾ ਸਕੇਗਾ। ਕੇਵਲ ਕਾਲ ਕਿਰਪਾ ਨਿਧ ਮਾਨਿਓ। ਕੇਵਲ ਉਸ ਕਾਲ ਪੁਰਖ ਨੂੰ, ਕਿਰਪਾ ਦੇ ਸਾਗਰ ਨੂੰ ਮੰਨਦੇ ਹਾਂ। ਉਹੀ ਕਾਲ ਪੁਰਖ ਪੈਦਾ ਕਰਨ ਵਾਲਾ ਹੈ, ਉਹੀ ਕਾਲ ਪੁਰਖ ਪਾਲਣਾ ਕਰਨ ਵਾਲਾ ਹੈ, ਉਹੀ ਕਾਲ ਪੁਰਖ ਅੰਤ ਨੂੰ ਸਾਰਿਆਂ ਨੂੰ ਸਮੇਟਣ ਵਾਲਾ ਹੈ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ।
ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਅਗਨਾਸਨ ਜਗਦੀਸ਼ੁਰ ਹੈ। ਉਹ ਪਰਮਾਤਮਾ ਆਦਿ ਵਿੱਚ ਵੀ ਪਰਿਪੂਰਨ, ਮੱਧ ਵਿੱਚ ਵੀ ਪਰਿਪੂਰਨ ਹੈ ਤੇ ਅੰਤ ਨੂੰ ਵੀ ਪਰਿਪੂਰਨ ਹੈ। ਉਹ ਨਾ ਜੰਮਦਾ ਹੈ ਤੇ ਨਾ ਉਹ ਮਰਦਾ ਹੈ, ਅਨਾਦਿ ਹੈ ਔਰ ਅਨੰਤ ਹੈ। ਅਨਾਦਿ ਦਾ ਮਤਲਬ ਹੈ ਵੀ ਉਹਦਾ ਆਦਿ ਕੋਈ ਨਹੀਂ, ਅਨੰਤ ਦਾ ਮਤਲਬ ਹੈ ਉਹਦਾ ਅੰਤ ਕੋਈ ਨਹੀਂ। ਐਸਾ ਉਹਦਾ ਸਰੂਪ ਮਹਾਰਾਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੱਸ ਰਹੇ ਨੇ। ਸੋ ਕਹਿੰਦੇ ਅਸੀਂ ਉਸੇ ਨੂੰ ਹੀ ਕਿਰਪਾ ਨਿਧ ਨੂੰ ਮੰਨਦੇ ਹਾਂ। ਸੋ ਖਾਲਸਾ ਜੀ, ਆਓ ਅਖੀਰਲੀਆਂ ਪਾਵਨ ਪੰਕਤੀਆਂ ਸਰਵਣ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵਈਏ ਦੁਆਰਾ ਕਾਲ ਦੀ ਮਹਿਮਾ ਅੱਗੇ ਵੀ ਦੱਸਣਗੇ ਤੇ ਸਾਰੇ ਸੰਸਾਰ ਨੂੰ ਕਾਲ ਦਾ ਖਾਜਾ ਦੱਸ ਰਹੇ ਨੇ। ਅਖੀਰਲੀਆਂ ਪੰਕਤੀਆਂ ਸਰਵਣ ਕਰੋ ਜੀ। ਕਾਲ ਹੀ ਪਾਏ ਭਇਓ ਮਿਟ ਗਿਓ ਜਗ, ਤੇ ਸਾਹੇ ਸਭੋ ਪਹਿਚਾਨਿਓ। ਵੇਦ ਕਤੇਬ ਕੇ ਭੇਦ ਸਭੈ ਤਜ, ਕੇਵਲ ਕਾਲ ਕਿਰਪਾ ਨਿਧ ਮਾਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।